सीएम भगवंत मान ने हुणी कहा कि फीस नहीं ਵਧਾਉਣੀ 1 ਰੁਪਈਆ भी इस ਸਮੈਸਟਰ ਦੇ ਵਿੱਚ ਵਰਦੀਆਂ ਜਿਹੜੀਆਂ ਨੇ ਯੂਨੀਫਾਰਮਸ ਕਿਸੇ ਇੱਕ ਖਾਸ ਦੁਕਾਨ ਤੋਂ ਨਹੀਂ ਕਹਿਣਾ ਹੈਗਾ ਬੁੱਕਸ ਨੂੰ ਨਹੀਂ ਕਹਿਣਾ ਹੈਗਾ ਉਹ ਇਸ ਕਰਕੇ ਯੂਨੀਫਾਰਮ ਬਣਾਈ ਗਈ ਸੀ ਚਾਹੇ ਉਹ ਕਿਸੇ ਵੀ ਕਲਾਸ ਤੋਂ ਆਵੇ ਫੈਮਿਲੀ ਦੇ ਕਿਸੇ ਵੀ ਇਕਨੋਮਿਕ ਬੈਕਗ੍ਰਾਉਂਡ ਤੋਂ ਆਵੇ ਉਹਨਾਂ ਦੇ ਇੱਕੋ ਜਿਹਾ ਲੱਗਣ ਇੱਕੋ ਜਿਹਾ ਕੱਪੜਾ ਇੱਕੋ ਜਿਹਾ ਸਟਾਫ ਪਾਇਆ ਹੋਵੇ ਹੁਣ ਸਰਕਾਰ ਨੇ ਆਰਡਰ ਕੀਤਾ ਹੈ ਕਿ ਤੁਸੀਂ ਜੀ ਇੱਕ ਡੰਮੀ ਦੇ ਉੱਤੇ ਉਹ ਯੂਨੀਫਾਰਮ ਪਾ ਦਿਓ ਤੇ ਤੁਸੀਂ ਉਸ ਕਲਰ ਦੀ ਯੂਨੀਫਾਰਮ ਲੈ ਲਓ ਜਾ ਕੇ ਤੇ ਯੂਨੀਫਾਰਮ ਤਾਂ ਸਰ ਫਿਰ ਵੀ ਨਾ ਰਹੀ ਉੱਥੇ ਇੱਕ ਬੱਚਾ 2000 ਪਰ ਮੀਟਰ ਦੇ ਹਿਸਾਬ ਨਾਲ ਯੂਨੀਫਾਰਮ ਲੈ ਆਇਆ ਇੱਕ ਬੱਚਾ 200 ਰੁਪਏ ਦੀ ਯੂਨੀਫਾਰਮ ਪਾ ਕੇ ਆ ਗਿਆ ਯੂਨੀਫਾਰਮ ਤਾਂ ਤੁਸੀਂ ਪਰਪਸ ਹੀ ਡਿਫੀਟ ਕਰਤਾ ਸਮੱਸਿਆ ਸਕੂਲ ਦੀ ਸੈਲ ਕਰਨ ਦੀ ਨਹੀਂ ਸੀ ਜਾਂ ਸਕੂਲ ਦੇ ਫਰੈਂਡਲੀ ਨੇਚਰ ਤੋਂ ਸੈਲ ਕਰਨ ਦੀ ਨਹੀਂ ਸੀ ਸਮੱਸਿਆ ਸੀ ਪੇਰੈਂਟਸ ਦੀ ਲੁੱਟ ਦੀ ਉਹ ਬੰਦ ਕਰਾਉਣੀ ਚਾਹੀਦੀ ਸੀ ਉਹਦੇ ਲਈ ਕੀ ਫਾਰਮੂਲਾ ਚਾਹੀਦਾ ਸੀ ਕਿ ਤੁਸੀਂ ਯੂਨੀਫਾਰਮ ਦੀ ਪ੍ਰਾਈਸ ਨੂੰ ਕੈਪ ਕਰ ਦਿਓ ਜਿਹੜੇ ਇਲਜ਼ਾਮ ਨੇ ਤੁਸੀਂ ਬਿਹਤਰ ਜਾਣਦੇ ਹੋ ਕਿ ਕਮਿਸ਼ਨ ਬੇਸਿਸ ਹੈਗਾ ਹੈ ਯੂਨੀਫਾਰਮ ਚੇਂਜ ਵੀ ਕਰਦੇ ਨੇ ਸਕੂਲ ਪਬਲਿਸ਼ਰ ਤੋਂ ਵੀ ਪਤਾ ਲੱਗਦਾ ਹੈ ਕਿ ਕਮਿਸ਼ਨ ਆ ਜਾਂਦਾ ਹੈ ਜਿੱਦਾਂ ਤੁਸੀਂ ਕਿਹਾ ਕਿ ਬੁੱਕਸ ਦਾ ਕਮਿਸ਼ਨ ਕਾਪੀਜ਼ ਦਾ ਕਮਿਸ਼ਨ ਕੁਝ ਵੀ ਹੈ ਹੁਣ ਉਹਦੇ ਵਿੱਚ ਸਰਕਾਰ ਕਿਉਂ ਨਹੀਂ ਇਹ ਕੰਮ ਕਰਦੀ ਕਿ ਤੁਸੀਂ ਉਸ ਦੀਆਂ ਬੁੱਕਸ ਦੀਆਂ ਪ੍ਰਾਈਸ ਚਾਹੇ ਪ੍ਰਾਈਵੇਟ ਪਬਲਿਸ਼ਰ ਦੀਆਂ ਬੁੱਕਸ ਨੇ ਤੁਸੀਂ ਸਪੈਸੀਫਿਕ ਕਰ ਦਿਓ ਉਹਦੀ ਐਮਆਰਪੀ ਲਾ ਦਿਓ ਐਮਆਰਪੀ ਤਾਂ 300 ਲਿਖੀ ਹੁੰਦੀ ਹੈ 100 ਰੁਪਏ ਦੀ ਬੁੱਕ ਹੈ ਫਿਰ ਉਹ 200 ਰੁਪਏ ਕਿੱਥੇ ਜਾਂਦਾ ਪ੍ਰਾਈਵੇਟ ਐਂਟਰਪ੍ਰੈਨਿਓਰਾਂ ਨੇ ਤਾਂ ਕਰਨਾ ਨਹੀਂ ਕੁਝ ਵੀ ਸਰਕਾਰ ਦੀ ਜ਼ਿੰਮੇਵਾਰੀ ਸਰਕਾਰ ਕਿਉਂ ਨਹੀਂ ਕਰੈਕਟ ਕਰਦੀ ਉਹਨੂੰ ਆਰਟੀਈ ਐਕਟ ਜਿਹੜਾ ਹੈ ਉਹਦੇ ਵਿੱਚ ਵੀਕਰ ਸੈਕਸ਼ਨ ਦਾ ਇੱਕ ਫਾਰਮੂਲਾ ਹੈ ਕਿ ਵੀਕਰ ਸੈਕਸ਼ਨ ਨੂੰ ਤੁਸੀਂ 25% ਐਡਮਿਸ਼ਨਸ ਦੇਣੀਆਂ ਨੇ ਪਰ ਇਹ ਵੀ ਪਤਾ ਲੱਗਦਾ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਉਹਨੂੰ ਫੋਲੋ ਨਹੀਂ ਕਰਦਾ ਉਹ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਪਹਿਲਾਂ ਆਉਂਦੀ ਹੈ ਸਕੂਲ ਦੀ ਜ਼ਿੰਮੇਵਾਰੀ ਬਾਅਦ ਜਾਂਦੀ ਹੈ ਸਰਕਾਰ ਨੇ ਕੀ ਕੀਤਾ ਬੜੀ ਚਤੁਰਾਈ ਦੇ ਨਾਲ ਇੱਕ ਰੂਲ ਬਣਾ ਦਿੱਤਾ ਆਰਟੀ ਐਕਟ ਦੇ ਨਾਲ ਕਿ ਜੀ ਸਾਡੇ ਤਾਂ ਪੰਜਾਬ ਦੇ ਵਿੱਚ 3 ਕਿਲੋਮੀਟਰ ਤੋਂ ਲੈ ਕੇ 6 ਕਿਲੋਮੀਟਰ ਦੇ ਵਿੱਚ ਸਰਕਾਰੀ ਸਕੂਲ ਨੇ ਪਹਿਲਾਂ ਉੱਥੇ ਜਿਹੜੀਆਂ ਸੀ ਸੀਟਸ ਭਰੀਆਂ ਜਾਣਗੀਆਂ ਉਦੋਂ ਬਾਅਦ ਅਸੀਂ ਜਿਹੜਾ ਰეკਮੈਂਡ ਕਰਾਂਗੇ ਉਹ ਬੱਚਾ ਪ੍ਰਾਈਵੇਟ ਸਕੂਲ ਦਾਖਲ ਕਰ ਸਕਦਾ ਬਹੁਤ ਸਾਰੇ ਇਹ ਵੀ ਗੱਲ ਕਹਿੰਦੇ ਨੇ ਕਿ ਤੁਹਾਡੇ ਨਿੱਜੀ ਸਕੂਲਾਂ ਦੇ ਨਾਲੋਂ ਜਿਹੜੇ ਗਵਰਨਮੈਂਟ ਸਕੂਲ ਦੇ ਵਿੱਚ ਟੀਚਰਸ ਨੇ ਉਹ ਹਾਈਲੀ ਕੁਆਲੀਫਾਈਡ ਵੀ ਨੇ ਉਹ ਹਾਈਲੀ ਪੇਡ ਵੀ ਨੇ ਮੱਚ ਪੇਡ ਨੇ ਤੁਹਾਡੇ ਨਾਲੋਂ ਤੇ ਫਿਰ ਕਿਉਂ ਫਰਕ ਹੈ ਐਜੂਕੇਸ਼ਨ ਦਾ ਸੰਬੰਧ ਪੇਮੈਂਟ ਦੇ ਨਾਲ ਨਹੀਂ ਹੈਗਾ ਇਹ ਤੁਸੀਂ ਮੰਨ ਕੇ ਚੱਲੋ ਜੇ ਪੇਮੈਂਟ ਦੇ ਨਾਲ ਐਜੂਕੇਸ਼ਨ ਦਾ ਸੰਬੰਧ ਹੁੰਦਾ ਤਾਂ ਸ਼ਾਇਦ ਅਮੀਰਾਂ ਦੇ ਬੱਚੇ ਤਾਂ ਸਾਰੇ ਦੇ ਸਾਰੇ ਮਤਲਬ ਕਿ ਵਿਜ਼ਡਮ ਨਾਲ ਭਰੇ ਹੁੰਦੇ ਜਿੰਨੀ ਮਿਹਨਤ ਪ੍ਰਾਈਵੇਟ ਸਕੂਲ ਵਾਲੇ ਕਰਦੇ ਆ ਤੇ ਸ਼ਾਇਦ ਗਵਰਨਮੈਂਟ ਵਾਲੇ ਉਹ ਨਹੀਂ ਕਰ ਸਕਦੇ ਸਰਕਾਰੀ ਅਧਿਆਪਕ ਭਾਵੇਂ ਤਨਖਾਹ ਜਿਹੜੀ ਹੈਗੀ ਆ ਉਹ 60000 ਲੈ ਰਿਹਾ 70000 ਲੈ ਰਿਹਾ 80000 ਲੈ ਰਿਹਾ ਜਦੋਂ ਤੁਸੀਂ ਦਾ ਪੋਟੈਂਸ਼ੀਅਲ ਚੈੱਕ ਕਰੋਗੇ ਉਹ ਕੈਲੀਬਰ ਚੈੱਕ ਕਰੋਗੇ ਉਹ ਕੈਲੀਬਰ ਤੁਹਾਨੂੰ ਪ੍ਰਾਈਵੇਟ ਸਕੂਲ ਦੇ ਟੀਚਰ ਦੇ ਮੁਕਾਬਲੇ ਕਿਤੇ ਨਜ਼ਰ ਨਹੀਂ ਆਏਗਾ ਇਤਰਾਜ਼ ਕਰਦੇ ਨਾ ਤੁਹਾਡੇ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੇ ਇਹ ਕਹਿਣਾ ਠੀਕ ਨਹੀਂ ਹੈ ਕਿ ਤੁਸੀਂ ਕਹੀ ਗੱਲ ਦੇਖੋ ਉਹ ਤਾਂ ਜੇ ਇਤਰਾਜ਼ ਕਰਨਗੇ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰਾ ਦਾਂਗੇ ਦੇਖੋ ਸਭ ਤੋਂ ਵੱਡੀ ਸਹੂਲਤ ਜਿਹੜੀ ਹੈਗੀ ਹੈ ਕਿ ਜਿੱਦਾਂ ਮੰਨ ਲਓ ਸਾਡੇ ਵੈਦਰ ਦੀ ਜਿਹੜੀ ਹੈਗੀ ਹੈ ਜਦੋਂ ਬਹੁਤ ਹੌਟ ਹੋ ਜਾਂਦਾ ਤੇ ਮੈਂ ਕਹਿੰਦਾ ਕਿ ਸਾਡੇ ਜਿੰਨੇ ਮੇਰੇ ਕਲਾਸਰੂਮ ਨੇ ਸਾਰੇ ਏਅਰ ਕੰਡੀਸ਼ਨ ਨੇ ਜੀ ਔਰ ਜਿਹੜੇ ਉਸ ਤੋਂ ਇਲਾਵਾ ਜਿੰਨੇ ਕਲਾਸਰੂਮ ਨੇ ਸਾਰੇ ਡਿਜੀਟਲ ਨੇ ਜੀ ਉਹਨਾਂ ਦੇ ਵਿੱਚ ਅਸੀਂ ਮੰਨ ਲਓ ਟੱਚ ਸਕਰੀਨ ਬੋਰਡ ਵੀ ਲੱਗੇ ਹੋਏ ਨੇ ਸਾਡੇ ਪਲਾਜ਼ਮਾ ਵੀ ਲੱਗੇ ਹੋਏ ਨੇ ਟਰਾਇਓ ਬੋਰਡ ਲੱਗੇ ਹੋਏ ਨੇ ਤੁਸੀਂ ਗ੍ਰੀਨ ਬੋਰਡ ਦੇ ਉੱਤੇ ਚੌਕ ਨਾਲ ਵੀ ਪੜ੍ਹਾ ਸਕਦੇ ਹੋ ਤੁਸੀਂ ਮਾਰਕਰ ਦੇ ਨਾਲ ਵਾਈਟ ਬੋਰਡ 'ਤੇ ਵੀ ਪੜ੍ਹਾ ਸਕਦੇ ਹੋ ਔਰ ਇਵੇਂ ਸਾਡੇ ਕੋਲ ਬੈਡਮਿੰਟਨ ਦੇ ਇਨਡੋਰ 2 ਕੋਰਟ ਬਣੇ ਹੋਏ ਆ ਜੀ ਵੁਡਨ ਦੇ ਉਹ ਵੀ ਸੇਮ ਉਹਨੇ ਇੰਟਰਨੈਸ਼ਨਲ ਕੁਆਲਿਟੀ ਦੇ ਬਣੇ ਹੋਏ ਆ ਸਾਡੇ ਕੋਲ ਲੌਨ ਟੈਨਿਸ ਦਾ ਕੋਰਟ ਹੈ ਐਵਰੀ ਈਅਰ 4-5 ਬੱਚੇ ਸਾਡੇ ਇੰਟਰਨੈਸ਼ਨਲ ਲੈਵਲ 'ਤੇ ਜਾਂਦੇ ਨੇ 10 12 15 20 ਬੱਚੇ ਦੇ ਆਸ-ਪਾਸ ਸਾਡੇ ਨੈਸ਼ਨਲ ਜਾਂਦੇ ਨੇ ਮੈਂ ਆਇਆ ਇੱਥੇ ਦੇਖਿਆ ਤੁਹਾਡਾ ਜਿਹੜਾ ਆਲਾ ਦੁਆਲਾ ਹੈ এনवायरमेंट ਹੈ ਐਂਬੀਐਂਸ ਹੈ ਬਹੁਤ ਅੱਛੀ ਹੈਗੀ ਆ ਥੋੜਾ ਜਿਹਾ ਸ਼ਹਿਰ ਤੋਂ ਹਟ ਕੇ ਵੀ ਹੈ ਸਕੂਲ ਇਹ ਤੇ ਸਟਰੈਂਥ ਕਿੰਨੀ ਹੈ ਕਿੰਨੇ ਕੁ ਸਟੂਡੈਂਟਸ ਜਿਹੜੇ ਆ ਰਹੇ ਨੇ ਕਿੱਥੋਂ ਆ ਰਹੇ ਨੇ ਜ਼ਿਆਦਾਤਰ ਸਰਾਊਂਡਿੰਗ ਏਰੀਆਜ਼ 2300 ਪਲੱਸ ਬੱਚਾ ਸਾਡੇ ਕੋਲ ਇੱਥੇ ਪੜ੍ਹਦਾ ਜੀ ਜਿਹੜੇ ਬਹੁਤ ਐਲੀਟ ਕਲਾਸ ਹੈ ਉਹ ਦੂਨ 'ਚ ਪੜ੍ਹਾਉਂਦੇ ਨੇ ਸਨਾਵਰ 'ਚ ਪੜ੍ਹਾਉਂਦੇ ਨੇ ਇਸ ਤਰ੍ਹਾਂ ਦੇ ਸਕੂਲਸ ਨੂੰ ਪ੍ਰੈਫਰ ਦਿੰਦੇ ਨੇ ਪਰ ਇੱਕ ਆਮ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇਣਾ ਚਾਹੁੰਦੇ ਨੇ ਕੀ ਤੁਹਾਡਾ ਜਿਹੜੇ ਸਕੂਲਸ ਨੇ ਬਲੂਮਿੰਗ ਬਰਡ ਸਕੂਲ ਨੇ ਉਹਨਾਂ ਨੂੰ ਉਸ ਲੈਵਲ ਤੱਕ ਲੈ ਕੇ ਜਾ ਸਕਦੇ ਨੇ ਸਿੱਖਿਆ ਨੂੰ ਜਿਹੜੇ ਉਹ ਵੱਡੇ ਲੈਵਲ ਦੇ ਸਕੂਲ ਕਹਿੰਦੇ ਨੇ ਕਿ ਅਸੀਂ ਦਿੰਦੇ ਹਾਂ ਉਸ ਸਹੀ ਐਜੂਕੇਸ਼ਨਿਸਟ ਉਹੀ ਹੈ ਜਿਹੜਾ ਹਰ ਇੱਕ ਚੀਜ਼ ਬੱਚੇ ਦੀ ਜਿਹੜੀ ਕੋਈ ਵੀ ਨੀਡ ਹੈ ਚਾਹੇ ਉਹ ਫਰਦਰ ਸਟੱਡੀਜ਼ ਦੀ ਹੈ ਚਾਹੇ ਉਸ ਪਰਟੀਕੂਲਰ ਕਲਾਸ ਦੀ ਹੈ ਜਾਂ ਉਹਨੂੰ ਹੋਰ ਉਸ ਤੋਂ ਇਲਾਵਾ ਕੋਈ ਸਲਾਹ ਚਾਹੀਦੀ ਹੈ ਜਾਂ ਕੋਚਿੰਗ ਚਾਹੀਦੀ ਹੈ ਉਸ ਨੂੰ ਮੁਹੱਈਆ ਕਰਾਵੇ CBSE ਦੇ ਜੋ ਨੋਰਮਸ ਨੇ ਔਰ ਜੋ ਸਿਸਟਮ CBSE ਅਡਾਪਟ ਕਰਾਉਂਦਾ ਹੈਗਾ ਉਹਦੇ ਮੁਤਾਬਕ ਅਸੀਂ ਚਲਾਉਂਦੇ ਹਾਂ ਔਰ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਵੈਲ ਕੁਆਲੀਫਾਈਡ ਸਟਾਫ ਜਿਹੜਾ ਹੈਗਾ ਉਹਨੂੰ ਇੰਗੇਜ ਕਰੀਏ ਔਰ ਅਸੀਂ ਕਰਦੇ ਵੀ ਉਹੀ ਹਾਂ
ਜਿਵੇਂ ਲੈਬਸ ਹੁੰਦੀਆਂ ਨੇ, ਲਾਇਬ੍ਰੇਰੀਜ਼ ਹੁੰਦੀਆਂ ਨੇ, ਜਾਂ ਖਾਸ ਕਰ ਸਪੋਰਟਸ ਨੂੰ ਲੈ ਕੇ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਇੱਥੇ ਸ਼ੂਟਿੰਗ ਰੇਂਜ ਹੈਗੀ ਹੈ, ਅੱਛੇ ਪਲੇਗਰਾਊਂਡ ਹੈਗੇ ਨੇ, ਕਿਉਂਕਿ ਬਹੁਤ ਸਾਰੇ ਸਕੂਲ ਜਾਂ ਸਕੂਲ ਓਨਰਸ ਦਾ ਮੋਟਿਵ ਹੁੰਦਾ ਹੈ ਕਿ ਪੈਸੇ ਕਮਾਉਣੇ। ਤੁਹਾਡਾ ਮੋਟਿਵ ਕੀ ਹੈਗਾ ਹੈ? ਜਿਸ ਪਰਪਸ ਦੇ ਲਈ ਸਕੂਲ ਨੂੰ ਚਲਾਇਆ ਜਾਣਾ ਚਾਹੀਦਾ ਹੈ ਉਸੇ ਪਰਪਸ ਲਈ ਹੈ, ਵੈਲਫੇਅਰ ਆਫ ਦ ਪੀਪਲ। ਜੇ ਤੁਸੀਂ ਮੇਰੇ ਸਕੂਲ ਵਿੱਚ ਜਾਓਗੇ ਔਰ ਦੇਖੋਗੇ ਤਾਂ ਸਾਡੇ ਕੋਲੇ 37 ਇੰਡੀਪੈਂਡੈਂਟ ਗੇਮਸ। ਕਿਉਂਕਿ ਸਾਡਾ ਇਹ ਮੰਨਣਾ ਹੈਗਾ ਕਿ ਜਦ ਤੱਕ ਓਵਰਆਲ ਡਿਵੈਲਪਮੈਂਟ ਬੱਚੇ ਦੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਉਸ ਬੱਚੇ ਦੇ ਨਾਲ ਨਿਆਂ ਨਹੀਂ ਕਰ ਰਹੇ। ਪਰ ਬਹੁਤੇ ਜਿਹੜੇ ਪੇਰੈਂਟਸ ਨੇ ਉਹ ਸਪੋਰਟਸ ਦੀ ਬਜਾਏ ਅਕੈਡਮਿਕ ਵੱਲ ਜ਼ਿਆਦਾ ਕਹਿੰਦੇ ਨੇ ਕਿ ਬੱਚੇ ਨੂੰ ਇਸ ਪਾਸੇ ਜ਼ਿਆਦਾ ਲਾਓ, ਕਿਉਂਕਿ ਇਹ ਉਹਨਾਂ ਦੇ ਕਿਤੇ ਕਿਤੇ ਥਾਟ ਹੁੰਦਾ ਮਨ ਦੇ ਵਿੱਚ ਕਿ ਜ਼ਿਆਦਾਤਰ ਜਿਹੜੇ ਪਲੇਅਰ ਹੁੰਦੇ ਨੇ ਉਹ ਐਜੂਕੇਸ਼ਨ 'ਚ ਜਾਂ ਅਕੈਡਮਿਕ 'ਚ ਪਿੱਛੇ ਰਹਿ ਜਾਂਦੇ ਨੇ। ਐਜੂਕੇਸ਼ਨਰ ਦਾ ਕੰਮ ਸਿਰਫ ਇੰਨਾ ਹੀ ਨਹੀਂ ਕਿ ਇੱਕ ਐਜੂਕੇਸ਼ਨ ਇਨਫਰਾਸਟ੍ਰਕਚਰ ਜਾਂ ਐਜੂਕੇਸ਼ਨ ਦੇਣ ਦੇ ਲਈ ਤੁਸੀਂ ਵਧੀਆ ਕੁਆਲੀਫਾਈਡ ਟੀਚਰ ਦਿਓ। ਉਹਨਾਂ ਦਾ ਕੰਮ ਇਹ ਵੀ ਨਾਲ ਹੈ ਕਿ ਉਹ ਪੇਰੈਂਟਸ ਨੂੰ ਤੇ ਬੱਚੇ ਨੂੰ ਪ੍ਰੇਰਿਤ ਵੀ ਕਰਨ। ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਗਲਤ ਹੈ, ਉਹ ਤਾਂ ਹੀ ਪ੍ਰੇਰਿਤ ਕਰੋਗੇ ਜਦੋਂ ਤੁਸੀਂ ਇੱਕ ਇਸ ਤਰ੍ਹਾਂ ਦਾ ਇਸ ਲੈਵਲ ਦਾ ਸਟਾਰ ਲੈ ਕੇ ਮੂਹਰੇ ਖੜੇ ਕਰੋਗੇ ਤਾਂ ਬੱਚਿਆਂ ਨੂੰ ਦਿਸੇਗਾ ਵੀ ਸਾਡੇ ਵਰਗਾ ਹੀ ਹੈ। ਤਾਂ ਜਿਹੜਾ ਇਸ ਵੇਲੇ ਇੱਕ ਵੱਡੀ ਧਾਰਨਾ ਹੈ ਕਹਿ ਲਈਏ ਉਹ ਇਹ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਉਹ ਤਾਂ ਵਪਾਰੀਕਰਨ ਕਰਤਾ ਐਜੂਕੇਸ਼ਨ ਦਾ, ਨਿੱਜੀ ਸਕੂਲਾਂ ਵਾਲੇ ਤਾਂ ਮਾਪਿਆਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਂਦੇ ਨੇ, ਬਸ ਲੁੱਟ ਵੀ ਕਹਿ ਦਿੰਦੇ ਆ ਕਿ ਨਿੱਜੀ ਸਕੂਲਾਂ ਵਾਲੇ ਤਾਂ ਲੁੱਟਦੇ ਨੇ। ਜਦੋਂ ਆਪਾਂ ਕਿਸੇ ਨੂੰ ਵੀ ਅਬਿਊਜ਼ ਕਰਨਾ ਜਾਂ ਕਿਸੇ ਨੂੰ ਵੀ ਆਪਾਂ ਕਰਨਾ, ਉਹਦੀ ਇਨਸਲਟ ਕਰਨੀ, ਉਹ ਕਿਸੇ ਦੀ ਵੀ ਤੁਸੀਂ ਕਰ ਸਕਦੇ ਹੋ। ਸਰਕਾਰ ਕਹਿੰਦੀ ਅਸੀਂ ਜੀ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਇੱਕ ਸੋਸਾਇਟੀ ਨੂੰ, ਉੱਥੇ ਸਰਕਾਰ ਦਾ ਖਰਚਾ 5000 ਤੋਂ ਉੱਪਰ ਹੈ ਪਰ ਮੰਥ, ਤੇ ਦੂਜੇ ਪਾਸੇ ਪ੍ਰਾਈਵੇਟ ਸਕੂਲ ਦਾ ਚਾਰਜ ਕਰ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਕਿ ਐਵਰੇਜ 1400 ਤੋਂ 2000 ਹੈ। ਫੈਸਿਲਿਟੀਜ਼ ਤੁਸੀਂ ਖੁਦ ਜਾ ਕੇ ਦੇਖ ਲਓ, ਤੁਸੀਂ ਮੀਡੀਆ ਤੋਂ, ਤੁਹਾਡੇ ਤੋਂ ਵੱਡਾ ਤਾਂ ਕੋਈ ਜੱਜ ਨਹੀਂ ਹੋ ਸਕਦਾ। ਤੁਸੀਂ ਪ੍ਰਾਈਵੇਟ ਸਕੂਲ 'ਚ ਵੀ ਵਿਜ਼ਿਟ ਕਰ ਲਓ, ਤੁਸੀਂ ਗਵਰਨਮੈਂਟ ਸਕੂਲ 'ਚ ਵਿਜ਼ਿਟ ਕਰ ਲਓ, ਕੰਪੈਰੀਜ਼ਨ ਕਰ ਲਓ ਕਿ ਕੀ ਫਰਕ ਹੈਗਾ। ਜੇ ਤੁਸੀਂ ਵਧੀਆ ਸਹੂਲਤਾਂ ਲੈਣੀਆਂ ਨੇ, ਵਧੀਆ ਇੱਕ ਮਾਹੌਲ ਵਿੱਚ ਪੜ੍ਹਨਾ ਹੈ, ਬੱਚੇ ਨੂੰ ਇੱਕ ਚੰਗੀ ਐਜੂਕੇਸ਼ਨ ਦੇਣੀ ਹੈ, ਉਹਨੂੰ ਚੰਗੇ ਸੰਸਕਾਰ ਦੇਣੇ ਹਨ, ਤਾਂ ਫਿਰ ਤੁਹਾਨੂੰ ਇੱਕ ਚੰਗੇ ਸਕੂਲ ਦੀ ਚੋਇਸ ਕਰਨੀ ਪਏਗੀ। ਹਰੇਕ ਜਿਹੜਾ ਕੋਈ ਵੀ ਫੀਲਡ ਹੈ ਉਹਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਲੋਕ ਨੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਦੁੱਧ ਧੋਤੇ ਨੇ, ਕੁਝ ਬੰਦੇ ਹੋਣਗੇ ਜਿਹੜੇ ਪ੍ਰੋਫਿਟੀਅਰਿੰਗ ਵੀ ਕਰਦੇ ਨੇ ਔਰ ਇੱਦਾਂ ਦਾ ਕੰਮ ਵੀ ਕਰਦੇ ਨੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਸਿੱਖਿਆ ਅਤੇ ਸਿਹਤ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਸੇ ਵੀ ਸਮਾਜ ਨੂੰ ਅੱਗੇ ਵਧਾਉਣ ਦੇ ਲਈ, ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਬਲੂਮਿੰਗ ਬਰਡਸ ਗਰੁੱਪ ਆਫ ਸਕੂਲਸ ਦੇ ਗਰੁੱਪ ਚੇਅਰਮੈਨ ਸੰਜੀਵ ਸੈਣੀ ਹੋਰਾਂ ਦੇ ਨਾਲ। ਸੈਣੀ ਸਾਹਿਬ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਇੱਕ ਐਜੂਕੇਸ਼ਨ ਹੈ, ਜਿਹੜੀ ਸਿੱਖਿਆ ਹੈ, ਉਹ ਕਿਸੇ ਵੀ ਸਮਾਜ ਨੂੰ ਹੋਰ ਬਿਹਤਰ ਕਰਨ ਲਈ ਜਾਂ ਅੱਗੇ ਲਿਜਾਣ ਲਈ ਹੁੰਦੀ ਹੈ, ਤੇ ਤੁਸੀਂ ਵੀ ਗਰੁੱਪ ਆਫ ਸਕੂਲਸ ਚਲਾ ਰਹੇ ਹੋ। ਕਈ ਸਕੂਲ ਨੇ ਤੁਹਾਡੇ, ਬਹੁਤ ਸਾਰੇ ਸਟੂਡੈਂਟਸ ਇੱਥੋਂ ਸਿੱਖਿਆ ਲੈ ਰਹੇ ਨੇ। ਕੀ ਲੱਗਦਾ ਹੈ ਐਜੂਕੇਸ਼ਨ ਦਾ ਤੁਹਾਡੇ ਆਪਣੇ ਜੇ ਡੈਫੀਨੇਸ਼ਨ ਦੇਣੀ ਹੋਵੇ ਵਿਦਿਆਰਥੀਆਂ ਦੇ ਲਈ, ਸਮਾਜ ਲਈ ਕਿੰਨੀ ਜ਼ਰੂਰੀ ਹੈਗੀ ਹੈ? ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ? ਦੇਖੋ, ਕਿਸੇ ਵੀ ਸਮਾਜ ਦੀ, ਕਿਸੇ ਵੀ ਕੰਟਰੀ ਦੀ ਜਿਹੜੀ ਵੈਲਿਊਏਸ਼ਨ ਹੋਣੀ ਹੈ ਉੱਥੋਂ ਦੇ ਪੜ੍ਹੇ ਲਿਖੇ ਸਿੱਖਿਅਤ ਵਰਗ ਤੋਂ ਹੀ ਹੁੰਦੀ ਹੈ। ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਵੱਡੀ ਨੈਸੈਸਿਟੀ ਹੈ ਕਿਸੇ ਵੀ ਕੰਟਰੀ ਜਾਂ ਕਿਸੇ ਵੀ ਸਮਾਜ ਦੇ ਲਈ। ਔਰ ਬੀਇੰਗ ਐਨ ਐਜੂਕੇਸ਼ਨਿਸਟ ਹੋਣਾ ਜਾਂ ਐਜੂਕੇਸ਼ਨ ਨੂੰ ਪ੍ਰੋਵਾਈਡ ਕਰਨਾ ਡਿਫਰੈਂਟ ਸੈਗਮੈਂਟ ਆਫ ਸੋਸਾਇਟੀ ਨੂੰ ਇੱਕ ਬਹੁਤ ਵੱਡੀ ਗੱਲ ਹੈ। ਔਰ ਮੈਂ ਆਪਣੇ ਆਪ ਨੂੰ ਇੱਕ ਬਲੈਸਡ ਮੈਨ ਮੰਨਦਾ, ਪਰਮਾਤਮਾ ਦੀ ਕਿਰਪਾ ਮੰਨਦਾ ਆਪਣੇ ਆਪ 'ਤੇ ਕਿ ਮੈਨੂੰ ਇਸ ਲਾਈਨ ਵਿੱਚ ਪਰਮਾਤਮਾ ਨੇ ਪਾਇਆ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਮੈਂ ਇੱਕ ਐਕਸੀਡੈਂਟਲੀ ਇਸ ਲਾਈਨ ਵਿੱਚ ਆ ਗਿਆ, ਮੇਰੀ ਇਹ ਲਾਈਨ ਨਹੀਂ ਸੀ, ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਨੂੰ ਇਸ ਲਾਈਨ ਦੇ ਨਾਲ ਨਵਾਜਿਆ ਪਰਮਾਤਮਾ ਨੇ। ਔਰ ਮੈਂ ਵੀ ਆਪਣੇ ਵੱਲੋਂ ਤੁਹਾਨੂੰ ਅਸ਼ੋਰ ਕਰਦਾ ਕਿ ਜਿੰਨਾ ਵੀ ਮੈਂ ਕੰਮ ਕਰਦਾ ਐਜੂਕੇਸ਼ਨ ਦੇ ਲਈ, ਚਾਹੇ ਉਹ ਸਕੂਲ ਰਨਿੰਗ ਹੈਗੀ ਹੈ ਜਾਂ ਬੱਚਿਆਂ ਨੂੰ ਕਿਸੇ ਕਿਸਮ ਦੀ ਵੀ ਫੈਸਿਲਿਟੀ ਦੇਣੀ ਹੈ, ਚਾਹੇ ਉਹ ਸਪੋਰਟਸ ਇਨਫਰਾਸਟ੍ਰਕਚਰ ਦੀ ਹੈ, ਚਾਹੇ ਉਹ ਅਕੈਡਮਿਕਸ ਦੀ ਹੈ, ਜਾਂ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਹੋਰ ਵੀ ਕੋਈ ਚੀਜ਼ ਚਾਹੀਦੀ ਹੈ, ਜਿਵੇਂ ਕੋਈ ਸਲਾਹ ਚਾਹੀਦੀ ਹੈ, ਜੋ ਕਿਸੇ ਨੇ ਓਵਰਸੀਜ਼ ਪੜ੍ਹਨਾ ਹੈ ਜਾਂ ਫਰਦਰ ਹਾਇਰ ਐਜੂਕੇਸ਼ਨ ਵਾਸਤੇ ਹੈ, ਅਸੀਂ ਉਹ ਸਾਰੀਆਂ ਚੀਜ਼ਾਂ ਮੁੱਢਲੇ ਤੌਰ 'ਤੇ ਹੀ ਇੱਥੇ ਮੁਹੱਈਆ ਕਰਾਂ। ਮੈਂ ਆਇਆ ਇੱਥੇ ਦੇਖਿਆ ਤੁਹਾਡਾ ਜਿਹੜਾ ਆਲਾ ਦੁਆਲਾ ਹੈ, এনवायरमेंट ਹੈ, ਐਂਬੀਐਂਸ ਹੈ, ਬਹੁਤ ਅੱਛੀ ਹੈਗੀ ਆ। ਥੋੜਾ ਜਿਹਾ ਸ਼ਹਿਰ ਤੋਂ ਹਟ ਕੇ ਵੀ ਹੈ ਸਕੂਲ ਇਹ, ਤੇ ਸਟਰੈਂਥ ਕਿੰਨੀ ਹੈ? ਕਿੰਨੇ ਕੁ ਸਟੂਡੈਂਟਸ ਜਿਹੜੇ ਆ ਰਹੇ ਨੇ, ਕਿੱਥੋਂ ਆ ਰਹੇ ਨੇ? ਜ਼ਿਆਦਾਤਰ ਸਰਾਊਂਡਿੰਗ ਏਰੀਆਜ਼। ਸਾਡੇ ਕੋਲੇ ਜਿਹੜੀ ਸਟਰੈਂਥ ਹੈ ਜੀ, ਇੱਥੇ ਤਕਰੀਬਨ 2300 ਪਲੱਸ ਬੱਚਾ ਸਾਡੇ ਕੋਲ ਇੱਥੇ ਪੜ੍ਹਦਾ ਜੀ। ਔਰ ਮੇਰੇ ਇੱਥੇ ਇਸ ਇਲਾਕੇ ਵਿੱਚ 3 ਸਕੂਲ ਨੇ ਜੀ। ਇੱਕ ਬਲੂਮਿੰਗ ਬਰਡ ਮੌਂਟੇਸੀ ਸਕੂਲ ਹੈ ਇਨ ਦਾ ਹਾਰਟ ਆਫ ਦਾ ਸਿਟੀ ਹੈ ਜੀ। ਇੱਕ ਮੇਰਾ ਬਲੂਮਿੰਗ ਬਰਡ ਸੀਨੀਅਰ ਸੈਕੰਡਰੀ ਸਕੂਲ ਚੰਦਨਵੇਂ ਹੈ ਜੀ। ਔਰ ਇੱਥੇ ਜਿਹੜੀ ਸਟਰੈਂਥ ਸਾਡੇ ਕੋਲ 2300 ਪਲੱਸ ਹੈ। ਔਰ ਇਹਦੇ ਵਿੱਚ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 40 to 45%
ਸ਼ਹਿਰ ਦੇ ਲੋਕ ਆ ਸਿਟੀ ਮੋਗਾ ਦੇ, ਔਰ 55% ਦੇ ਆਸ-ਪਾਸ ਦਿਹਾਤ ਦੇ ਲੋਕ ਆ, ਜਿਹੜੇ ਕਿ 25 ਕਿਲੋਮੀਟਰ ਦੇ ਰੇਡੀਅਸ ਤੋਂ ਸਾਡੀਆਂ ਬੱਸਾਂ ਜਿਹੜੀਆਂ ਆਪਦੀਆਂ ਸਕੂਲ ਦੀਆਂ ਓਨਡ ਬੱਸਿਸ ਨੇ ਉਹ ਕੈਰੀ ਕਰਕੇ ਲਿਆਂਦੀਆਂ ਨੇ। ਸੰਜੀਵ ਜੀ, ਜਿਹੜੇ ਬਹੁਤ ਐਲੀਟ ਕਲਾਸ ਹੈ ਉਹ ਦੂਨ 'ਚ ਪੜ੍ਹਾਉਂਦੇ ਨੇ, ਸਨਾਵਰ 'ਚ ਪੜ੍ਹਾਉਂਦੇ ਨੇ, ਇਸ ਤਰ੍ਹਾਂ ਦੇ ਸਕੂਲਸ ਨੂੰ ਪ੍ਰੈਫਰ ਦਿੰਦੇ ਨੇ, ਪਰ ਇੱਕ ਆਮ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇਣਾ ਚਾਹੁੰਦੇ ਨੇ। ਕੀ ਤੁਹਾਡਾ ਜਿਹੜੇ ਸਕੂਲਸ ਨੇ, ਬਲੂਮਿੰਗ ਬਰਡ ਸਕੂਲ ਨੇ, ਉਹਨਾਂ ਨੂੰ ਉਸ ਲੈਵਲ ਤੱਕ ਲੈ ਕੇ ਜਾ ਸਕਦੇ ਨੇ ਸਿੱਖਿਆ ਨੂੰ, ਜਿਹੜੇ ਉਹ ਵੱਡੇ ਲੈਵਲ ਦੇ ਸਕੂਲ ਕਹਿੰਦੇ ਨੇ ਕਿ ਅਸੀਂ ਦਿੰਦੇ ਹਾਂ ਉਸ ਤਰ੍ਹਾਂ ਦੀ ਸਿੱਖਿਆ? ਦੇਖੋ, ਗੱਲ ਇਹ ਹੈ ਜੀ, ਜਿਹੜੀ ਐਜੂਕੇਸ਼ਨ ਹੈ ਉਹ ਪਰਟੀਕੂਲਰਲੀ ਇੱਕ ਜਿਹੜਾ ਉਹ ਸਕੂਲ ਦਾ ਹੈੱਡ ਹੈ ਜੋ ਉਹਨੂੰ ਆਰਗੇਨਾਈਜ਼ ਕਰਦਾ ਹੈ ਜਾਂ ਚਲਾਉਂਦਾ ਹੈ, ਉਹ ਮੈਂ ਮੰਨਦਾ ਕਿ 24/7 ਉਹਦੇ ਦਿਮਾਗ ਵਿੱਚ ਸਕੂਲ ਚੱਲਦਾ ਹੁੰਦਾ ਹੈ। ਉਹਦੇ ਵਿੱਚ ਸਹੀ ਐਜੂਕੇਸ਼ਨਿਸਟ ਉਹੀ ਹੈ ਜਿਹੜਾ ਹਰ ਇੱਕ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਇੱਕ ਐਜੂਕੇਸ਼ਨ ਹੈ ਜਿਹੜੀ ਸਿੱਖਿਆ ਹੈ ਉਹ ਕਿਸੇ ਵੀ ਸਮਾਜ ਨੂੰ ਹੋਰ ਬਿਹਤਰ ਕਰਨ ਲਈ ਜਾਂ ਅੱਗੇ ਲਿਜਾਣ ਲਈ ਹੁੰਦੀ ਹੈ, ਤੇ ਤੁਸੀਂ ਵੀ ਗਰੁੱਪ ਆਫ ਸਕੂਲਸ ਚਲਾ ਰਹੇ ਹੋ, ਕਈ ਸਕੂਲ ਨੇ ਤੁਹਾਡੇ, ਬਹੁਤ ਸਾਰੇ ਸਟੂਡੈਂਟਸ ਇੱਥੋਂ ਸਿੱਖਿਆ ਲੈ ਰਹੇ ਨੇ। ਕੀ ਲੱਗਦਾ ਹੈ ਐਜੂਕੇਸ਼ਨ ਦਾ ਤੁਹਾਡੇ ਆਪਣੇ ਜੇ ਡੈਫੀਨੇਸ਼ਨ ਦੇਣੀ ਹੋਵੇ ਵਿਦਿਆਰਥੀਆਂ ਦੇ ਲਈ, ਸਮਾਜ ਲਈ ਕਿੰਨੀ ਜ਼ਰੂਰੀ ਹੈਗੀ ਹੈ, ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ? ਆਉਂਦਾ ਹੈਗਾ ਉਹਦੇ ਮੁਤਾਬਕ ਅਸੀਂ ਚਲਾਉਂਦੇ ਹਾਂ, ਔਰ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਵੈਲ ਕੁਆਲੀਫਾਈਡ ਸਟਾਫ ਜਿਹੜਾ ਹੈਗਾ ਉਹਨੂੰ ਇੰਗੇਜ ਕਰੀਏ, ਔਰ ਅਸੀਂ ਕਰਦੇ ਵੀ ਉਹੀ ਹਾਂ। ਜਿਵੇਂ ਲੈਬਸ ਹੁੰਦੀਆਂ ਨੇ, ਲਾਇਬ੍ਰੇਰੀਜ਼ ਹੁੰਦੀਆਂ ਨੇ, ਜਾਂ ਖਾਸ ਕਰ ਸਪੋਰਟਸ ਨੂੰ ਲੈ ਕੇ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਇੱਥੇ ਸ਼ੂਟਿੰਗ ਰੇਂਜ ਹੈਗੀ ਹੈ, ਅੱਛੇ ਪਲੇਗਰਾਊਂਡ ਹੈਗੇ ਨੇ, ਕਿਉਂਕਿ ਬਹੁਤ ਸਾਰੇ ਸਕੂਲ ਜਾਂ ਸਕੂਲ ਓਨਰਸ ਦਾ ਮੋਟਿਵ ਹੁੰਦਾ ਹੈ ਕਿ ਪੈਸੇ ਕਮਾਉਣੇ। ਤੁਹਾਡਾ ਮੋਟਿਵ ਕੀ ਹੈਗਾ? ਦੇਖੋ, ਮੇਰਾ ਮੋਟਿਵ ਪੈਸੇ ਕਮਾਉਣਾ ਨਹੀਂ ਹੈ। ਮੇਰਾ ਮੋਟਿਵ ਉਹੀ ਹੈ ਕਿ ਜਿਸ ਪਰਪਸ ਦੇ ਲਈ ਸਕੂਲ ਨੂੰ ਚਲਾਇਆ ਜਾਣਾ ਚਾਹੀਦਾ ਹੈ ਉਸੇ ਪਰਪਸ ਲਈ ਹੈ, ਵੈਲਫੇਅਰ ਆਫ ਦ ਪੀਪਲ। ਉਹਦੇ 'ਚ ਕੀ ਹੈ ਕਿ ਜਿੱਦਾਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ, ਉਸ ਤੋਂ ਇਲਾਵਾ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈ। ਜੇ ਤੁਸੀਂ ਮੇਰੇ ਸਕੂਲ ਵਿੱਚ ਜਾਓਗੇ ਔਰ ਦੇਖੋਗੇ ਤਾਂ ਸਾਡੇ ਕੋਲੇ 37 ਇੰਡੀਪੈਂਡੈਂਟ ਗੇਮਸ ਜੀ। ਜੇ ਆਪਾਂ ਕਿਸੇ ਬੰਦੇ ਨੂੰ ਕਹਿ ਦਈਏ ਨਾ ਵੀ 37 ਗੇਮਾਂ ਦੇ ਤੁਸੀਂ ਨਾਂ ਲਾਓ ਤਾਂ ਨਹੀਂ ਦੇ ਸਕਦੇ। ਤੇ ਮੈਨੂੰ ਇੱਕ ਹੋਰ ਜਰਨਲਿਸਟ ਆਏ ਸੀ, ਉਹਨਾਂ ਨੇ ਵੈਸੇ ਮਜ਼ਾਕ ਦੇ ਵਿੱਚ ਮੈਨੂੰ ਕਰਾਊਡ ਦੇ ਵਿੱਚ ਪੁੱਛਿਆ, ਮੈਨੂੰ ਕਹਿੰਦਾ ਸੈਣੀ ਸਾਹਿਬ ਨਾਂ ਲਾਓ। ਤੇ ਮੈਂ ਫਿਰ ਕਿੱਦਾਂ ਯਾਦ ਕੀਤੇ ਵਿੱਚ ਮੈਂ ਪਰਲੇ ਕੋਰਨਰ ਤੋਂ ਸਟਾਰਟ ਹੁੰਨਾ, ਜਿਵੇਂ ਜਿਵੇਂ ਸਾਡਾ ਇਨਫਰਾਸਟਰਕਚਰ ਆਉਂਦਾ ਉਵੇਂ ਮੈਂ ਨਾਂ ਲਏ, ਤੇ ਉਹਨਾਂ ਨੇ ਮੈਨੂੰ 5-7 ਦੱਸ ਵੀ ਦਿਓ ਫਿਰ ਹੁਣ। ਉਹ ਮੈਂ ਦੱਸ ਦੇਣਾ ਤੁਹਾਨੂੰ। ਔਰ ਉਹਦੇ ਵਿੱਚ ਜਦੋਂ ਅਸੀਂ 37 ਇੰਡੀਪੈਂਡੈਂਟ ਗੇਮਸ ਦੀ ਗੱਲ ਕਰਦੇ ਹਾਂ, 21 ਟਰੈਕ ਐਂਡ ਫੀਲਡ ਇਵੈਂਟਸ ਹੈ। ਤੋ ਟੋਟਲ ਸਾਡੇ ਕੋਲ 58 ਦੇ ਆਸ-ਪਾਸ ਚੁਆਇਸਿਸ ਆ ਬੱਚੇ ਨੂੰ ਇਸ ਕੈਂਪਸ ਦੇ ਵਿੱਚ। ਕਿਉਂ ਸਾਡਾ ਇਹ ਮੰਨਣਾ ਹੈਗਾ ਕਿ ਜਦ ਤੱਕ ਓਵਰਆਲ ਡਿਵੈਲਪਮੈਂਟ ਬੱਚੇ ਦੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਉਸ ਬੱਚੇ ਦੇ ਨਾਲ ਨਿਆਂ ਨਹੀਂ। ਪਰ ਬਹੁਤੇ ਜਿਹੜੇ ਪੇਰੈਂਟਸ ਨੇ ਉਹ ਸਪੋਰਟਸ ਦੀ ਬਜਾਏ ਅਕੈਡਮਿਕ ਵੱਲ ਜ਼ਿਆਦਾ ਕਹਿੰਦੇ ਨੇ ਕਿ ਬੱਚੇ ਨੂੰ ਇਸ ਪਾਸੇ ਜ਼ਿਆਦਾ ਲਾਓ, ਕਿਉਂਕਿ ਇਹ ਉਹਨਾਂ ਦੇ ਕਿਤੇ ਕਿਤੇ ਥਾਟ ਹੁੰਦਾ ਮਨ ਦੇ ਵਿੱਚ ਕਿ ਜ਼ਿਆਦਾਤਰ ਜਿਹੜੇ ਪਲੇਅਰ ਹੁੰਦੇ ਨੇ ਉਹ ਐਜੂਕੇਸ਼ਨ 'ਚ ਜਾਂ ਅਕੈਡਮਿਕ 'ਚ ਪਿੱਛੇ ਰਹਿ ਜਾਂਦੇ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਹਾਂ, ਪਰ ਮੇਰਾ ਇੱਕ ਡਿਫਰੈਂਟ ਓਪੀਨੀਅਨ ਹੈ ਇਸ ਦੇ ਮਾਮਲੇ ਵਿੱਚ। ਨੋ ਡਾਊਟ ਅੱਜ ਤੋਂ 25-30 ਸਾਲ ਪਹਿਲਾਂ ਜਿਵੇਂ ਇੱਕ ਸਲੋਗਨ ਹੁੰਦਾ ਸੀ, ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੂਦੋਗੇ ਤੇ ਹੋਗੇ ਖਰਾਬ, ਉਹ ਹੁਣ ਸਲੋਗਨ ਚੇਂਜ ਹੋ ਗਿਆ। ਹੁਣ ਜੇ ਕੋਈ ਸਟਾਰ ਪਲੇਅਰ ਹੈ ਜਾਂ ਕੋਈ ਉਸ ਲੈਵਲ ਦਾ ਪਲੇਅਰ ਹੈ ਜਿਹਦਾ ਕੋਈ ਬੜਾ ਵੱਡਾ ਕੈਲੀਬਰ ਹੈ, ਜਦੋਂ ਆਉਂਦਾ ਤਾਂ ਦੇਖੋ ਕਰਾਊਡ ਕਿੱਦਾਂ ਪੁੱਲ ਹੁੰਦਾ। ਅਸੀਂ ਉਸ ਚੀਜ਼ ਦੀ ਗ੍ਰੈਵਿਟੀ ਦਿਖਾਉਣ ਦੇ ਲਈ ਜਦੋਂ ਤੋਂ ਮੈਂ ਸਕੂਲ ਖੋਲ੍ਹਿਆ, ਹੁਣ ਅਸੀਂ ਪਿੱਛੇ ਜੇ 28 ਦਸੰਬਰ ਨੂੰ BBS 15ਵੀਆਂ ਗੇਮਾਂ ਕਰਾਈਆਂ ਸੀਗੀਆਂ ਤੇ 2021 ਦੇ ਵਿੱਚ। ਤੇ ਉਸ ਵੇਲੇ ਜਿਹੜਾ ਸਾਡਾ ਸੈਲੀਬ੍ਰਿਟੀ ਸਟਾਰ ਸੀਗਾ ਸਪੋਰਟਸ ਦਾ, ਉਹ ਗ੍ਰੇਟ ਖਲੀ ਆਇਆ ਸੀ। ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਤਾਂ ਸਾਡੇ ਕੈਂਪਸ ਵਿੱਚ ਹਰਭਜਨ ਸਿੰਘ ਕ੍ਰਿਕਟਰ ਆ ਚੁੱਕੇ ਨੇ ਜੀ, ਔਰ ਮਨਪ੍ਰੀਤ ਸਿੰਘ ਮੌਜੂਦਾ ਹਾਕੀ ਕਪਤਾਨ ਆ ਚੁੱਕੇ ਨੇ, ਸਰਦਾਰਾ ਸਿੰਘ ਜਿਹੜੇ ਪਹਿਲਾਂ ਕਪਤਾਨ ਸੀ ਉਹ ਆ। ਇਹ ਕੀ ਕਾਰਨ ਕੀ ਹੈ ਕਿ ਤੁਸੀਂ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਹਰਭਜਨ ਸਿੰਘ ਜਾਂ ਤੁਸੀਂ ਸਰਦਾਰਾ ਸਿੰਘ ਦੀ ਗੱਲ ਕੀਤੀ ਹੈ, ਇੰਸਪੀਰੇਸ਼ਨ ਮਿਲਦੀ ਹੈ ਜੀ? ਉਹਦੇ 'ਚ ਇੱਦਾਂ ਜੀ, ਮੈਂ ਉਹੀ ਤੁਹਾਨੂੰ ਦੱਸ ਰਿਹਾ ਗੱਲ। ਉਹਦੇ ਵਿੱਚ ਇਹ ਐਜੂਕੇਸ਼ਨਰ ਦਾ ਕੰਮ ਸਿਰਫ ਇੰਨਾ ਹੀ ਨਹੀਂ ਕਿ ਇੱਕ ਐਜੂਕੇਸ਼ਨ ਇਨਫਰਾਸਟਰਕਚਰ ਜਾਂ ਐਜੂਕੇਸ਼ਨ ਦੇਣ ਦੇ ਲਈ ਤੁਸੀਂ ਵਧੀਆ ਕੁਆਲੀਫਾਈਡ ਟੀਚਰ ਦਿਓ। ਉਹਨਾਂ ਦਾ ਕੰਮ ਇਹ ਵੀ ਨਾਲ ਹੈ ਕਿ ਉਹ ਪੇਰੈਂਟਸ ਨੂੰ ਤੇ ਬੱਚੇ ਨੂੰ ਪ੍ਰੇਰਿਤ ਵੀ ਕਰਨ, ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ। ਉਹ ਤਾਂ ਹੀ ਪ੍ਰੇਰਿਤ ਕਰੋਗੇ ਜਦੋਂ ਤੁਸੀਂ ਇੱਕ ਇਸ ਤਰ੍ਹਾਂ ਦਾ ਇਸ ਲੈਵਲ ਦਾ ਸਟਾਰ ਲੈ ਕੇ ਮੂਹਰੇ ਖੜੇ ਕਰੋਗੇ ਤਾਂ ਬੱਚਿਆਂ ਨੂੰ ਦਿਸੇਗਾ ਵੀ ਸਾਡੇ ਵਰਗਾ ਹੀ ਹੈ। ਤਾਂ ਨਹੀਂ ਤਾਂ TV ਤੇ ਦੇਖਦੇ ਹੋ ਤਾਂ ਕਹਿੰਦੇ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ। ਜਦੋਂ ਰੂਬਰੂ ਹੁੰਦੇ ਨੇ ਸਟਾਰ ਦੇ ਤਾਂ ਫਿਰ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਇੱਕ ਐਜੂਕੇਸ਼ਨ ਹੈ ਜਿਹੜੀ ਸਿੱਖਿਆ ਹੈ ਉਹ ਕਿਸੇ ਵੀ ਸਮਾਜ ਨੂੰ ਹੋਰ ਬਿਹਤਰ ਕਰਨ ਲਈ ਜਾਂ ਅੱਗੇ ਲਿਜਾਣ ਲਈ ਹੁੰਦੀ ਹੈ, ਤੇ ਤੁਸੀਂ ਵੀ ਗਰੁੱਪ ਆਫ ਸਕੂਲਸ ਚਲਾ ਰਹੇ ਹੋ, ਕਈ ਸਕੂਲ ਨੇ ਤੁਹਾਡੇ, ਬਹੁਤ ਸਾਰੇ ਸਟੂਡੈਂਟਸ ਇੱਥੋਂ ਸਿੱਖਿਆ ਲੈ ਰਹੇ ਨੇ। ਕੀ ਲੱਗਦਾ ਹੈ ਐਜੂਕੇਸ਼ਨ ਦਾ ਤੁਹਾਡੇ ਆਪਣੇ ਜੇ ਡੈਫੀਨੇਸ਼ਨ ਦੇਣੀ ਹੋਵੇ ਵਿਦਿਆਰਥੀਆਂ ਦੇ ਲਈ, ਸਮਾਜ ਲਈ ਕਿੰਨੀ ਜ਼ਰੂਰੀ ਹੈਗੀ ਹੈ, ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ? ਇਸ ਵੇਲੇ ਇੱਕ ਵੱਡੀ ਧਾਰਨਾ ਹੈ ਕਹਿ ਲਈਏ, ਉਹ ਇਹ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਉਹ ਤਾਂ ਵਪਾਰੀਕਰਨ ਕਰਤਾ ਐਜੂਕੇਸ਼ਨ ਦਾ, ਨਿੱਜੀ ਸਕੂਲਾਂ ਵਾਲੇ ਤਾਂ
ਮਾਪਿਆਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਂਦੇ ਨੇ, ਬਸ ਲੁੱਟ ਵੀ ਕਹਿ ਦਿੰਦੇ ਆ ਕਿ ਨਿੱਜੀ ਸਕੂਲਾਂ ਵਾਲੇ ਤਾਂ ਲੁੱਟਦੇ ਨੇ। ਮੈਂ ਤੁਹਾਡੀ ਗੱਲ ਜਿਹੜੀ ਹੈਗੀ ਆ ਬਿਲਕੁਲ ਭਲੀ ਭਾਂਤੀ ਸਮਝਦਾ। ਬਹੁਤ ਸਾਰੇ ਜਿਹੜੇ ਇੱਕ ਵਰਗ ਹੈਗਾ ਉਹ ਐਜੂਕੇਸ਼ਨ, ਜਿਹੜੇ ਪ੍ਰਾਈਵੇਟ ਐਜੂਕੇਸ਼ਨ ਦੇ ਐਂਟਰਪ੍ਰੇਨਰ, ਉਹਨਾਂ ਨੂੰ ਬੜੇ ਗਲਤ ਲਫ਼ਜ਼ਾਂ ਦੇ ਵਿੱਚ ਵੀ ਐਡਰੈਸ ਕਰਦੇ ਨੇ। ਪਰ ਇੱਕ ਗੱਲ ਸਾਨੂੰ, ਜਦੋਂ ਆਪਾਂ ਕਿਸੇ ਨੂੰ ਵੀ ਅਬਿਊਜ਼ ਕਰਨਾ ਜਾਂ ਕਿਸੇ ਨੂੰ ਵੀ ਆਪਾਂ ਕਰਨਾ, ਉਹਦੀ ਇਨਸਲਟ ਕਰਨੀ, ਉਹ ਕਿਸੇ ਦੀ ਵੀ ਤੁਸੀਂ ਕਰ ਸਕਦੇ ਹੋ। ਪਰ ਜਦੋਂ ਤੁਸੀਂ ਫੈਕਟਸ ਤੇ ਐਵੀਡੈਂਸਸ ਦੇਖਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸੱਜਣ ਜਿਹੜਾ ਕਹਿ ਰਿਹਾ ਸੀ ਗਲਤ ਕਹਿ ਰਿਹਾ ਸੀ। ਫੈਕਟਸ ਕੀ ਨੇ? ਪ੍ਰਾਈਵੇਟ ਸਕੂਲ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ, ਮੈਂ ਮੈਜੋਰਟੀ ਸਕੂਲਾਂ ਦੀ ਕਹਿੰਦਾ, 9000 ਦੇ ਆਸ-ਪਾਸ ਸਕੂਲ ਨੇ। ਉਹਦੇ ਵਿੱਚ ਮੈਜੋਰਟੀ ਜਿਹੜੇ ਸਕੂਲਸ ਨੇ ਉਹਨਾਂ ਦੀ ਫੀਸ ਤਕਰੀਬਨ ਜਿਹੜੀ ਮੈਜੋਰਟੀ ਸਕੂਲਸ ਆ ਉਹਨਾਂ ਦੀ 1200-1500 ਤੋਂ ਲੈ ਕੇ 2000-2100-2200 ਤੱਕ। ਉਦੋਂ ਉੱਪਰ ਰਿਲੇਟਿਵ ਸਕੂਲਸ ਆ ਜਾਂਦੇ ਨੇ, ਜਿਹੜੇ ਵੱਡੇ ਸਕੂਲ ਨੇ ਉਹਨਾਂ ਦੀ 5-6 ਹਜ਼ਾਰ ਹੋ ਸਕਦੀ ਹੈ। ਇਹ ਜਿਹੜੇ ਸਕੂਲਾਂ ਦੀ ਆਪਾਂ ਗੱਲ ਕਰੀਏ, ਇਹਨਾਂ ਸਕੂਲਾਂ ਦੇ ਜਦੋਂ ਅਸੀਂ ਕੰਪੈਰੀਜ਼ਨ ਕਰੀਏ, ਸਰਕਾਰ ਦਾ ਖਰਚਾ, ਜਿੱਥੇ ਸਰਕਾਰ ਕਹਿੰਦੀ ਅਸੀਂ ਜੀ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਇੱਕ ਸੋਸਾਇਟੀ ਨੂੰ, ਉੱਥੇ ਸਰਕਾਰ ਦਾ ਖਰਚਾ 5000 ਤੋਂ ਉੱਪਰ ਆ ਪਰ ਮੰਥ, ਪਰ ਸਟੂਡੈਂਟ ਪਰ ਮੰਥ। ਤੇ ਦੂਜੇ ਪਾਸੇ ਪ੍ਰਾਈਵੇਟ ਸਕੂਲ ਦਾ ਚਾਰਜ ਕਰ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਕਿ ਐਵਰੇਜ 1400 ਤੋਂ 2000 ਹੈ। ਫੈਸਿਲਿਟੀਜ਼ ਤੁਸੀਂ ਖੁਦ ਜਾ ਕੇ ਦੇਖ ਲਓ, ਤੁਸੀਂ ਮੀਡੀਆ ਤੋਂ, ਤੁਹਾਡੇ ਤੋਂ ਵੱਡਾ ਤਾਂ ਕੋਈ ਜੱਜ ਨਹੀਂ ਹੋ ਸਕਦਾ। ਤੁਸੀਂ ਪ੍ਰਾਈਵੇਟ ਸਕੂਲ 'ਚ ਵੀ ਵਿਜ਼ਿਟ ਕਰ ਲਓ, ਤੁਸੀਂ ਗਵਰਨਮੈਂਟ ਸਕੂਲ 'ਚ ਵੀ ਵਿਜ਼ਿਟ ਕਰ ਲਓ, ਕੰਪੈਰੀਜ਼ਨ ਕਰ ਲਓ ਕਿ ਕੀ ਫ਼ਰਕ ਹੈਗਾ। ਉਹ ਤਾਂ ਸਾਫ਼ ਹੀ ਹੈ, ਸਭ ਨੂੰ ਪਤਾ ਹੈ। ਹੁਣ ਉਹਦੇ ਵਿੱਚ ਜਦੋਂ ਆਪਾਂ ਕੋਈ ਬੰਦਾ ਸੈਗਮੈਂਟ ਸੁਸਾਇਟੀ ਦਾ ਕਹਿੰਦਾ ਜੀ ਇਹ ਕਰ ਰਹੇ ਨੇ, ਦੇਖੋ ਜੇ ਤੁਸੀਂ ਵਧੀਆ ਸਹੂਲਤਾਂ ਲੈਣੀਆਂ ਨੇ, ਵਧੀਆ ਇੱਕ ਮਾਹੌਲ ਵਿੱਚ ਪੜ੍ਹਨਾ ਹੈ, ਬੱਚੇ ਨੂੰ ਇੱਕ ਚੰਗੀ ਐਜੂਕੇਸ਼ਨ ਦੇਣੀ ਹੈ, ਉਹਨੂੰ ਚੰਗੇ ਸੰਸਕਾਰ ਦੇਣੇ ਹਨ, ਤਾਂ ਫਿਰ ਤੁਹਾਨੂੰ ਇੱਕ ਚੰਗੇ ਸਕੂਲ ਦੀ ਚੋਇਸ ਕਰਨੀ ਪਏਗੀ, ਜਿਹੜਾ ਕਿ ਇਸ ਟਾਈਮ ਪੰਜਾਬ ਦੇ ਵਿੱਚ, ਆਉਣ ਵਾਲੇ ਸਮੇਂ ਵਿੱਚ ਸ਼ਾਇਦ ਕੋਈ ਹੋਰ ਆਪਸ਼ਨ ਹੋ ਜਾਏ, ਪਰ ਅੱਜ ਦੇ ਮਾਹੌਲ ਦੇ ਵਿੱਚ ਤਾਂ ਇੱਕ ਪ੍ਰਾਈਵੇਟ ਸਕੂਲ ਹੀ ਡਿਲੀਵਰ ਕਰ ਰਿਹਾ। ਮੈਂ ਇਸ ਦੇ ਨਾਲ ਇੱਕ ਹੋਰ ਐਵੀਡੈਂਸ ਵੀ ਤੁਹਾਨੂੰ ਤਾਇਜ਼ ਕਰਦਾ ਇਸ ਚੀਜ਼ ਦੇ ਲਈ। ਇੱਕ ਸਰਕਾਰ ਦੀ ਪਾਲਿਸੀ ਹੈ ਜੀ ਆਦਰਸ਼ ਮਾਡਲ ਸਕੂਲਸ। ਆਦਰਸ਼ ਮਾਡਲ ਸਕੂਲ ਦਾ ਪ੍ਰੋਜੈਕਟ ਆਨਲਾਈਨ ਪਿਆ, ਤੁਸੀਂ ਜੇ ਉਹਨੂੰ ਖੰਗਾਲੋਗੇ ਤਾਂ ਉਹਦੇ ਵਿੱਚ ਹੈ ਜੇ 2000 ਬੱਚੇ ਦਾ ਕੋਈ ਸਕੂਲ ਬਣਾਉਣਾ ਹੈ, ਤਾਂ ਉਹਦੇ ਸਰਕਾਰ ਨੇ ਮੰਨਿਆ ਅੱਜ ਤੋਂ 15 ਸਾਲ ਪਹਿਲਾਂ 7.5 ਕਰੋੜ ਦਾ ਖਰਚਾ। ਜੇ ਉਸ ਇੰਡੈਕਸ ਨਾਲ ਅੱਜ ਲਾਈਏ ਤਾਂ ਉਹ ਸ਼ਾਇਦ 20-25 ਦੇ ਆਸ-ਪਾਸ ਬਣ ਜਾਏਗਾ। 2000 ਮਤਲਬ ਬਹੁਤ ਵੱਡੀ ਇਨਵੈਸਟਮੈਂਟ ਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਉਹਦੇ ਵਿੱਚ ਸਰਕਾਰ ਕਹਿੰਦੀ ਹੈ ਕਿ 50% ਮੈਂ ਦੇਵਾਂਗਾ, ਗ੍ਰਾਂਟ ਦੇਗੀ ਸਰਕਾਰ, 50% ਪ੍ਰਾਈਵੇਟ ਐਂਟਰਪ੍ਰੇਨਰ ਪਏਗਾ। ਉਹ ਜਿਹੜੇ ਹੁਣ ਇਸ ਵੇਲੇ ਸਾਡੀ ਇਸ ਇੰਟਰਵਿਊ ਨੂੰ ਸੁਣ ਵੀ ਰਹੇ ਹੋਣਗੇ, ਉਹ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਇਹ ਜਿਹੜੀ ਐਜੂਕੇਸ਼ਨ ਹੈ ਇਹ ਕੋਈ ਪ੍ਰੋਫਿਟੇਬਲ ਕੰਮ ਨਹੀਂ ਹੈਗਾ। ਇੱਕ ਟਰਸਟ ਬਣਾਉਂਦੇ ਹੋ, ਤੁਸੀਂ ਸਾਰੇ ਬਣਾਉਂਦੇ ਹੋ, ਤੇ ਟਰਸਟ ਦੇ ਅਧੀਨ ਕੰਮ ਕਰਨਾ ਹੁੰਦਾ ਹੈ, ਤੇ ਤੁਹਾਡਾ ਕੰਮ ਐਜੂਕੇਸ਼ਨ ਦੇਣਾ ਹੁੰਦਾ, ਨਾ ਕਿ ਕਮਾਈ ਕਰਨਾ। ਬਿਲਕੁਲ ਠੀਕ ਹੈ। ਮੈਂ ਉਹੀ ਉਸੇ ਗੱਲ ਤੇ ਤੁਹਾਡੇ ਕੋਲ ਆ ਰਿਹਾ ਨਾ, ਜੇ ਸਰਕਾਰ ਇਹ ਮੰਨਦੀ ਹੈ ਕਿ ਐਡੀ ਵੱਡੀ ਇਨਵੈਸਟਮੈਂਟ ਲਗਾ ਕੇ, ਸਪੋਜ਼ ਕਰੋ ਇੱਕ ਆਪਾਂ ਪੈਸੇ ਕਮਾਉਣ ਦੀ ਗੱਲ ਕਰਦੇ ਹਾਂ, ਇੱਕ ਐਂਟਰਪ੍ਰੇਨਰ ਆ, ਉਹਦੇ ਕੋਲ ਪੈਸੇ ਨੇ, ਉਹ ਪੈਸੇ ਨਾਲ ਇੱਕ ਸਕੂਲ ਖੋਲ੍ਹਣਾ ਚਾਹੁੰਦਾ, ਠੀਕ ਹੈ, ਔਰ ਉਹ ਜਦੋਂ ਸਕੂਲ ਖੋਲ੍ਹੇਗਾ ਤੇ ਸਕੂਲ ਖੋਲ੍ਹ ਕੇ ਉਹ 'ਚੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰੇਗਾ। ਪਹਿਲੀ ਗੱਲ ਤਾਂ ਜਦੋਂ ਸਕੂਲ ਖੋਲ੍ਹੇਗਾ ਤੇ ਉਹਨੂੰ ਐਨਵਾਇਰਨਮੈਂਟ ਦੇ ਵਿੱਚ ਵੀ ਕੰਪੀਟ ਕਰਨਾ ਪਏਗਾ, ਨਾਲ ਨੇਬਰਹੁੱਡ 'ਚ ਹੋਰ ਵੀ ਸਕੂਲ ਨੇ। ਤੇ ਜੇ ਤੁਸੀਂ ਸਕੂਲ ਦੀ ਫੀਸ ਰੱਖ ਲਓਗੇ 3000 ਰੁਪਏ, ਨਾਲ ਵਾਲਾ 2000 ਲੈ ਰਿਹਾ, ਤੁਸੀਂ ਕਿੱਦਾਂ ਰੱਖੋਗੇ ਜੀ? ਤੁਹਾਡੇ ਕੋਲ ਬੱਚਾ ਹੀ ਨਹੀਂ ਆਉਣਾ। ਇੱਕ ਚੈੱਕ ਤਾਂ ਲੱਗਾ ਹੀ ਹੋਇਆ ਸੋਸਾਇਟੀ ਦੇ ਵਿੱਚ, ਕੰਪੀਟੀਸ਼ਨ ਤਾਂ ਤੁਹਾਨੂੰ ਕਰਨਾ ਹੀ ਪੈਣਾ, ਔਰ ਤੁਹਾਨੂੰ ਕੁਆਲਿਟੀ ਐਜੂਕੇਸ਼ਨ ਡਿਲੀਵਰ ਕਰਨੀ ਪੈਣੀ ਹੈ। ਪਰ ਜੇ ਸਪੋਜ਼ ਕਰ ਲਓ ਆਪਾਂ ਉਹਨੂੰ ਕਹਿ ਵੀ ਲਈਏ ਵੀ ਇਨਵੈਸਟਮੈਂਟ ਕਰ ਲਈ ਔਰ ਸਟਰੈਂਥ ਵੀ ਗੇਨ ਕਰ ਗਿਆ, ਫਿਰ ਉਹਦੇ ਵਿੱਚ ਉਹ ਪ੍ਰੋਫਿਟ ਜਨਰੇਟ ਕਰੇਗਾ, ਤੇ ਫਿਰ ਉਹਨੂੰ ਇਲੀਗਲ ਤਰੀਕੇ ਨਾਲ ਵਿਡਰਾ ਕਰੇਗਾ ਇੰਨੀ ਹਿਊਜ ਇਨਵੈਸਟਮੈਂਟ ਕਰਕੇ, ਤੇ ਫਿਰ ਉਹ ਕੋਈ ਕਮਲਾ ਹੀ ਬੰਦਾ ਹੋਏਗਾ ਐਂਟਰਪ੍ਰੇਨਰ ਜਿਹੜਾ ਸਕੂਲ ਨੂੰ ਚੁਣੇਗਾ। ਉਹਦੇ ਕੋਲ ਤਾਂ ਹੋਰ ਵੀ ਤਰੀਕੇ ਨੇ ਜਿੱਥੇ ਉਹ ਲੀਗਲ ਤਰੀਕੇ ਨਾਲ ਇਨਵੈਸਟ ਕਰਕੇ ਇਸ ਤੋਂ ਵੀ ਜ਼ਿਆਦਾ ਜਿਹੜੀ ਰਿਟਰਨ ਲੈ ਸਕਦਾ ਹੈ। ਸੋ ਇਹ ਜਿਹੜੀ ਗੱਲ ਹੈ ਇਹ ਇੱਕ ਮਿਥਕ ਗੱਲ ਹੈ। ਜਿਵੇਂ ਇੱਕ ਬਹੁਤ ਹੀ ਸਿਆਣੇ, ਮੈਂ ਉਹ ਕੋਟ ਨਹੀਂ ਕਰਦਾ, ਪੋਲੀਟੀਸ਼ੀਅਨ ਨੇ, ਉਹਨਾਂ ਨੇ ਇੱਕ ਗੱਲ ਕਹੀ, ਉਹ ਕਹਿੰਦੇ ਸਾਨੂੰ ਪਤਾ ਹੈ ਕਿ ਲੋਕ ਕੀ ਕਹਿ ਰਹੇ ਨੇ, ਪਰ ਕਹਿੰਦਾ ਲੋਕ ਤੁਹਾਡਾ ਲਾਈਫ ਸਟਾਈਲ ਦੇਖਦੇ ਨੇ, ਤੁਹਾਡੀਆਂ ਗੱਡੀਆਂ ਦੇਖਦੇ ਨੇ, ਤੁਹਾਡਾ ਇਨਫਰਾਸਟ੍ਰਕਚਰ ਦੇਖਦੇ ਨੇ, ਉਹ ਸੋਚਦੇ ਨੇ ਕਿ ਤਾਂ ਸ਼ਾਇਦ ਤੁਸੀਂ ਸਕੂਲਾਂ 'ਚ ਬਣਾਇਆ, ਪਰ ਤੁਸੀਂ ਜਿਹੜਾ ਲੋਕ ਨੇ, ਤੁਸੀਂ ਲੋਕਾਂ ਕੋਲ ਪਹਿਲਾਂ ਹੀ ਸਭ ਕੁਝ ਸੀਗਾ, ਔਰ ਤੁਸੀਂ ਆਪਣੇ ਇੱਕ ਵਿਜ਼ਨ ਨੂੰ ਰੱਖਦੇ ਹੋਏ ਸਕੂਲ ਬਣਾਏ ਨੇ। ਹਾਂਜੀ, ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਮਿਥਕ ਬਣ ਚੁੱਕੀਆਂ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਤੁਸੀਂ ਸਟੂਡੈਂਟ ਤੋਂ ਫੀਸ ਲੈਂਦੇ ਹੋ, ਜਾਂ ਟਰਾਂਸਪੋਰਟ ਦਾ ਖਰਚਾ ਲੈਂਦੇ ਹੋ, ਜਾਂ ਹੋਰ ਵੀ ਚੀਜ਼ਾਂ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਇੱਕ ਐਜੂਕੇਸ਼ਨ ਹੈ, ਜਿਹੜੀ ਸਿੱਖਿਆ ਹੈ, ਉਹ ਕਿਸੇ ਵੀ ਸਮਾਜ ਨੂੰ ਹੋਰ ਬਿਹਤਰ ਕਰਨ ਲਈ ਜਾਂ ਅੱਗੇ ਲਿਜਾਣ ਲਈ ਹੁੰਦੀ ਹੈ। ਤੇ ਤੁਸੀਂ ਵੀ ਗਰੁੱਪ ਆਫ ਸਕੂਲਸ ਚਲਾ ਰਹੇ ਹੋ, ਕਈ ਸਕੂਲ ਨੇ ਤੁਹਾਡੇ, ਬਹੁਤ ਸਾਰੇ ਸਟੂਡੈਂਟਸ ਇੱਥੋਂ ਸਿੱਖਿਆ ਲੈ ਰਹੇ ਨੇ। ਕੀ ਲੱਗਦਾ ਹੈ ਐਜੂਕੇਸ਼ਨ ਦਾ ਤੁਹਾਡੇ ਆਪਣੇ ਜੇ ਡੈਫੀਨੇਸ਼ਨ ਦੇਣੀ ਹੋਵੇ ਵਿਦਿਆਰਥੀਆਂ ਦੇ ਲਈ, ਸਮਾਜ ਲਈ ਕਿੰਨੀ ਜ਼ਰੂਰੀ ਹੈਗੀ ਹੈ? ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ? ਅਲੱਗ-ਅਲੱਗ ਪ੍ਰਕਾਰ ਦੇ ਲੋਕ ਨੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਦੁੱਧ ਧੋਤੇ ਨੇ, ਕੁਝ ਬੰਦੇ ਹੋਣਗੇ ਜਿਹੜੇ ਪ੍ਰੋਫਿਟੀਅਰਿੰਗ ਵੀ ਕਰਦੇ ਨੇ ਔਰ ਇੱਦਾਂ ਦਾ ਕੰਮ ਵੀ ਕਰਦੇ ਨੇ।
ਅਸੀਂ ਮੰਨਦੇ ਹਾਂ ਕਿ ਉਹ ਇੱਕ ਰੀਅਲ ਐਜੂਕੇਸ਼ਨਿਸਟ ਨਹੀਂ ਹੈਗੇ। ਉਹਨਾਂ ਨੂੰ ਵੀ ਚਾਹੀਦਾ ਕਿ ਐਜੂਕੇਸ਼ਨ ਨੂੰ ਐਜੂਕੇਸ਼ਨ ਹੀ ਰਹਿਣ ਉਹ ਦੇਣ। ਵਪਾਰੀ ਨੇ। ਹਾਂ, ਮੈਂ ਇਹ ਗੱਲ ਮੰਨਦਾ, ਇਹਦੇ ਵਿੱਚ ਕਈ ਹੋਣਗੇ, ਇਹ 'ਚ ਕੋਈ ਦੋ ਰਾਏ ਨਹੀਂ। ਔਰ ਪਰ ਅਸੀਂ, ਸਾਡੀ ਬੀਇੰਗ ਐਨ ਐਜੂਕੇਸ਼ਨ ਦੀ ਕੋਸ਼ਿਸ਼ ਇਹੀ ਹੁੰਦੀ ਹੈ। ਮੈਂ ਫੈਡਰੇਸ਼ਨ ਦਾ ਪੂਰੀ ਦਾ ਪੰਜਾਬ ਦਾ ਕਨਵੀਨਰ ਵੀ ਹਾਂ ਜੀ, ਔਰ ਸਾਡੇ ਪ੍ਰਧਾਨ ਜਗਜੀਤ ਸਿੰਘ ਜੀ ਨੇ। ਔਰ ਅਸੀਂ ਹਮੇਸ਼ਾ ਇਹੀ ਗੱਲ ਕਰਦੇ ਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਕੋਈ ਸਕੂਲ ਕੋਈ ਗਲਤੀ ਕਰੇ, ਆਪਾਂ ਹੀ ਬਤੌਰ ਫੈਡਰੇਸ਼ਨ ਉਹਨੂੰ ਕਰੈਕਟ ਕਰ ਦਈਏ। ਤੋ ਸਾਡਾ ਵਿਜ਼ਨ ਜਿਹੜਾ ਹੈਗਾ ਵੈਰੀ ਮਚ ਕਲੀਅਰ ਹੈ। ਸੀਐਮ ਭਗਵੰਤ ਮਾਨ ਨੇ ਹੁਣੀ ਕਿਹਾ ਕਿ ਫੀਸ ਨਹੀਂ ਵਧਾਉਣੀ, 1 ਰੁਪਈਆ ਵੀ ਇਸ ਸਮੈਸਟਰ ਦੇ ਵਿੱਚ। ਵਰਦੀਆਂ ਜਿਹੜੀਆਂ ਨੇ, ਯੂਨੀਫਾਰਮਸ ਕਿਸੇ ਇੱਕ ਖਾਸ ਦੁਕਾਨ ਤੋਂ ਨਹੀਂ ਕਹਿਣਾ ਹੈਗਾ, ਬੁੱਕਸ ਨੂੰ ਨਹੀਂ ਕਹਿਣਾ ਹੈਗਾ। ਇਹ ਆਮ ਤੌਰ 'ਤੇ ਵੀ ਹੁੰਦਾ ਹੈ ਕਿ ਸਾਡੇ ਵੀ ਬੱਚੇ ਪੜ੍ਹਦੇ ਨੇ ਕਿ ਇਸ ਦੁਕਾਨ ਤੋਂ ਮਿਲਣੀਆਂ ਯੂਨੀਫਾਰਮਸ, ਉਸ ਜਗ੍ਹਾ ਤੋਂ ਮਿਲਣੀਆਂ। ਫੀਸ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਰਾਣਾ ਜੀ ਦੇਖੋ, ਗੱਲ ਇਹ ਆ ਜਿਹੜੀ ਤਾਂ ਹੈਗੀ ਹੈ ਬੁੱਕਸ ਦੀ ਜਾਂ ਯੂਨੀਫਾਰਮਸ ਦੀ ਗੱਲ, ਉਹ ਤਾਂ ਪਹਿਲਾਂ ਵੀ ਆਊਟ ਆਫ ਕੈਂਪਸ ਹੀ ਜਿਹੜੀਆਂ ਹੈਗੀਆਂ ਲੋਕ ਪਰਚੇਜ਼ ਕਰਦੇ ਆ। ਲਾਅ ਤਾਂ ਹੈ ਜਾਂ ਨਿਯਮ ਤਾਂ ਹੈ ਨਹੀਂ। ਜਿਹੜੀ ਗੱਲ ਹੈਗੀ ਹੈ ਆਪਣਾ ਯੂਨੀਫਾਰਮ ਦੀ ਗੱਲ ਆਪਾਂ ਕਰਦੇ ਹਾਂ, ਬੇਸਿਕਲੀ ਜਿਹੜਾ ਉਸ ਵੇਲੇ ਦੀ ਸਰਕਾਰਾਂ ਨੇ ਸਰਕੂਲਰ ਕੱਢਿਆ, ਇਸ ਨੂੰ ਕੋਈ ਸਮਾਂ ਸੀ ਸਕੂਲਸ ਹੀ ਪ੍ਰੋਵਾਈਡ ਕਰਦੇ ਸੀ, ਸਾਰੀਆਂ ਬੁੱਕਸ ਵੀ ਕਰਦੇ ਸੀ ਔਰ ਯੂਨੀਫਾਰਮ ਵੀ ਕਰਦੇ ਸੀ। ਉਹਦੇ ਵਿੱਚ ਜੇ ਤੁਸੀਂ ਸੱਚੀ ਮੁੱਚੀ ਇੱਕ ਜਸਟਿਸ ਕਰਨਾ ਹੈ ਤਾਂ ਤੁਹਾਨੂੰ ਇੱਕ ਚੀਜ਼ ਸਮਝਣੀ ਪਏਗੀ, ਯੂਨੀਫਾਰਮ ਦੀ ਲੋੜ ਕਿਉਂ ਪਈ। ਯੂਨੀਫਾਰਮ ਦੀ ਲੋੜ ਇਸ ਕਰਕੇ ਪਈ, ਇੱਕ ਕਲਾਸ ਵਿੱਚ ਜੇ 30 ਬੱਚੇ ਬੈਠੇ ਨੇ ਤਾਂ ਉਹ ਡਿਫਰੈਂਟ ਇਨਕਮ ਸੋਰਸਸ ਵਾਲੇ ਪੇਰੈਂਟਸ ਤੋਂ ਆਉਂਦੇ ਨੇ। ਉਹ ਤਾਂ ਜ਼ਰੂਰੀ ਹੈ। ਮੈਂ ਸਮਝਾਣਾ ਜੀ, ਜਿੰਨਾ ਕੰਟਰੀਜ਼ ਦੇ ਵਿੱਚ ਓਨੀ ਵੇਰੀਏਸ਼ਨ ਨਹੀਂ ਹੈਗੀ, ਉੱਥੇ ਸਕੂਲਾਂ ਵਿੱਚ ਯੂਨੀਫਾਰਮ ਵੀ ਨਹੀਂ ਹੈਗੀ। ਇੱਥੇ ਕਲਾਸਿਸ ਬਣੀਆਂ ਹੋਈਆਂ। ਉਹ ਇਸ ਕਰਕੇ ਯੂਨੀਫਾਰਮ ਬਣਾਈ ਗਈ ਸੀ, ਚਾਹੇ ਉਹ ਕਿਸੇ ਵੀ ਕਲਾਸ ਤੋਂ ਆਵੇ, ਫੈਮਿਲੀ ਦੇ ਕਿਸੇ ਵੀ ਇਕਨੋਮਿਕ ਬੈਕਗਰਾਊਂਡ ਤੋਂ ਆਵੇ, ਉਹਨਾਂ ਦੇ ਇੱਕੋ ਜਿਹੇ ਲੱਗਣ, ਇੱਕੋ ਜਿਹੇ ਕੱਪੜਾ, ਇੱਕੋ ਜਿਹਾ ਸਟਾਫ ਪਾਇਆ ਹੋਵੇ। ਹੁਣ ਸਰਕਾਰ ਨੇ ਆਰਡਰ ਕੀਤਾ ਹੈ ਕਿ ਤੁਸੀਂ ਜੀ ਇੱਕ ਡੰਮੀ ਦੇ ਉੱਤੇ ਉਹ ਯੂਨੀਫਾਰਮ ਪਾ ਦਿਓ ਅਤੇ ਤੁਸੀਂ ਉਸ ਕਲਰ ਦੀ ਯੂਨੀਫਾਰਮ ਲੈ ਲਓ ਜਾ ਕੇ। ਅਤੇ ਯੂਨੀਫਾਰਮ ਤਾਂ ਸਰ ਫਿਰ ਵੀ ਨਾ ਰਹੀ ਉੱਥੇ। ਇੱਕ ਬੱਚਾ 2000 ਪਰ ਮੀਟਰ ਦੇ ਹਿਸਾਬ ਨਾਲ ਯੂਨੀਫਾਰਮ ਲੈ ਆਇਆ, ਇੱਕ ਬੱਚਾ 200 ਰੁਪਏ ਦੀ ਯੂਨੀਫਾਰਮ ਪਾ ਕੇ ਆ ਗਿਆ। ਯੂਨੀਫਾਰਮ ਤਾਂ ਤੁਸੀਂ ਪਰਪਸ ਹੀ ਡਿਫੀਟ ਕਰਤਾ। ਚਾਹੀਦਾ ਕੀ ਹੈ? ਸਮੱਸਿਆ ਸਕੂਲ ਦੀ ਸੈਲ ਕਰਨ ਦੀ ਨਹੀਂ ਸੀ ਜਾਂ ਸਕੂਲ ਦੇ ਫਰੈਂਡਲੀ ਨੇਚਰ ਤੋਂ ਸੈਲ ਕਰਨ ਦੀ ਨਹੀਂ ਸੀ, ਸਮੱਸਿਆ ਸੀ ਪੇਰੈਂਟਸ ਦੀ ਲੁੱਟ ਦੀ। ਉਹ ਬੰਦ ਕਰਾਉਣੀ ਚਾਹੀਦੀ ਸੀ। ਉਹਦੇ ਲਈ ਕੀ ਫਾਰਮੂਲਾ ਚਾਹੀਦਾ ਸੀ ਕਿ ਤੁਸੀਂ ਯੂਨੀਫਾਰਮ ਦੀ ਪ੍ਰਾਈਸ ਨੂੰ ਕੈਪ ਕਰ ਦਿਓ ਅਕੋਰਡਿੰਗ ਟੂ ਦਾ ਫੈਸਿਲਿਟੀਜ਼ ਪ੍ਰੋਵਾਈਡਡ ਬਾਈ ਦੀ ਸਕੂਲ। ਉਹਦਾ ਉਸ ਲੈਵਲ ਦਾ ਯੂਨੀਫਾਰਮ ਸੈੱਟ ਕਰ ਦਿਓ ਵੀ ਇਹਦੀ ਯੂਨੀਫਾਰਮ ਜਿਹੜੀ ਆ 400 ਤੋਂ ਵੱਧ ਨਹੀਂ ਹੋ ਸਕਦੀ। ਬਿਲਕੁਲ। ਅੱਛਾ ਸੰਜੀਵ ਜੀ, ਪਰ ਜਿਹੜੇ ਇਲਜ਼ਾਮ ਨੇ, ਤੁਸੀਂ ਬਿਹਤਰ ਜਾਣਦੇ ਹੋ ਕਿ ਕਮਿਸ਼ਨ ਬੇਸਿਸ ਹੈਗਾ ਹੈ, ਯੂਨੀਫਾਰਮ ਚੇਂਜ ਵੀ ਕਰਦੇ ਨੇ ਸਕੂਲ, ਪਬਲਿਸ਼ਰ ਤੋਂ ਵੀ ਪਤਾ ਲੱਗਦਾ ਹੈ ਕਿ ਕਮਿਸ਼ਨ ਆ ਜਾਂਦਾ ਹੈ। ਸਾਰਿਆਂ ਨੂੰ ਮੈਂ ਨਹੀਂ ਕਹਿ ਸਕਦਾ, ਬਹੁਤ ਥਾਵਾਂ 'ਤੇ ਇਸ ਤਰ੍ਹਾਂ ਹੁੰਦਾ ਹੈ। ਇਹ ਚੀਜ਼ਾਂ ਵੀ ਕਿਤੇ ਕਿਤੇ ਹੁੰਦੀਆਂ ਨੇ, ਇਸ ਕਰਕੇ ਇਹ ਚੀਜ਼ਾਂ ਸਮਾਜ ਦੇ ਵਿੱਚ ਗਈਆਂ ਜਾਂ ਸਰਕਾਰਾਂ ਨੂੰ ਇਸ ਤਰ੍ਹਾਂ ਲੋਕਾਂ ਤੋਂ ਸਰਕਾਰ ਤੱਕ ਪਹੁੰਚੀਆਂ, ਸਰਕਾਰ ਨੇ ਇਹ ਗੱਲ ਆਖੀ। ਦੇਖੋ ਫਿਰ ਉੱਥੇ ਗੱਲ ਆ ਗਈ, ਜਿੱਦਾਂ ਫਾਰਮਰਸ ਦੀ ਐਜੀਟੇਸ਼ਨ ਹੁੰਦੀ ਹੈ ਜੀ, ਉਹ ਕਹਿੰਦੇ ਜੀ 2 ਹੀ ਕਰੋਪਾਂ ਅਸੀਂ ਤਾਂ ਬੀਜਣੀਆਂ ਨੇ, ਇੱਕ ਝੋਨਾ ਅਤੇ ਇੱਕ ਕਣਕ, ਸਪੋਰਟ ਪ੍ਰਾਈਸ ਵਧੀਆ, ਹੋਰ ਅਸੀਂ ਕਿਉਂ ਬੀਜੀਏ। ਠੀਕ ਹੈ। ਸਿਮਿਲਰਲੀ ਜਦੋਂ ਤੁਸੀਂ ਕੋਈ ਵੀ ਕੰਮ ਕਰਨਾ ਹੈ, ਸਰਕਾਰ ਦਾ ਕੰਮ ਕੀ ਹੈ? ਸਿਸਟਮ ਨੂੰ ਕਰੈਕਟ ਕਰਨਾ, ਸਿਸਟਮ ਨੂੰ ਫੇਅਰ ਕਰਨਾ। ਨੋ ਡਾਊਟ ਜਿਹੜੀ ਮੌਜੂਦਾ ਸਰਕਾਰ ਆ ਉਹ ਆਪਣੇ ਵੱਲੋਂ ਆਪਣਾ ਅਕਸ ਨੂੰ ਦੇਖਦੇ ਹੋਏ, ਸਾਨੂੰ ਬੜੀ ਐਕਸਪੈਕਟੇਸ਼ਨ ਆ ਉਸ ਤੋਂ ਵੀ, ਉਹ ਸਹੀ ਨਿਰਣਾ ਲਏਗੀ। ਜਿੱਦਾਂ ਤੁਸੀਂ ਕਿਹਾ ਕਿ ਬੁੱਕਸ ਦਾ ਕਮਿਸ਼ਨ, ਕਾਪੀਜ਼ ਦਾ ਕਮਿਸ਼ਨ, ਕੁਛ ਵੀ ਹੈ, ਹੁਣ ਉਹਦੇ ਵਿੱਚ ਸਰਕਾਰ ਕਿਉਂ ਨਹੀਂ ਇਹ ਕੰਮ ਕਰਦੀ ਕਿ ਤੁਸੀਂ ਉਸ ਦੀਆਂ ਬੁੱਕਸ ਦੀਆਂ ਪ੍ਰਾਈਸ, ਚਾਹੇ ਪ੍ਰਾਈਵੇਟ ਪਬਲਿਸ਼ਰ ਦੀਆਂ ਬੁੱਕਸ ਨੇ, ਤੁਸੀਂ ਸਪੈਸੀਫਿਕ ਕਰ ਦਿਓ, ਉਹਦੀ MRP ਲਾ ਦਿਓ। MRP ਤਾਂ 300 ਲਿਖੀ ਹੁੰਦੀ ਹੈ, 100 ਰੁਪਏ ਦੀ ਬੁੱਕ ਹੈ, ਫਿਰ ਉਹ 200 ਰੁਪਏ ਕਿੱਥੇ ਜਾਂਦਾ? ਉਹੀ ਗੱਲ ਆ ਨਾ ਜੀ। ਤੁਸੀਂ ਉਹਦੀ ਜਿਹੜੀ, ਦੇਖੋ ਕਿਸੇ ਵੀ ਚੀਜ਼ ਦੀ ਸਰਕਾਰ ਦਾ ਕੰਮ, ਆਪਾਂ ਇਹੀ ਗੱਲ ਮੈਡੀਸਨ ਦੀ ਵੀ ਰੌਲਾ ਪੈਂਦਾ। ਮੈਡੀਸਨ ਕਹਿੰਦੇ ਜੀ, ਉਹ ਕਹਿੰਦੇ ਵੀ ਇਹ ਪੱਤੇ ਦੇ 'ਤੇ ਲਿਖਿਆ 10 ਰੁਪਏ ਜੀ, ਇਹ ਤਾਂ 1 ਰੁਪਏ ਦੀਆਂ ਗੋਲੀਆਂ ਨੇ। ਅਤੇ ਉਹ ਜ਼ਿੰਮੇਵਾਰੀ ਕਿਹਦੀ ਹੈ? ਹੁਣ ਉਹ ਪ੍ਰਾਈਵੇਟ ਐਂਟਰਪ੍ਰੈਨਿਓਰਾਂ ਨੇ ਤਾਂ ਕਰਨਾ ਨਹੀਂ ਕੁਛ ਵੀ, ਸਰਕਾਰ ਦੀ ਜ਼ਿੰਮੇਵਾਰੀ। ਸਰਕਾਰ ਕਿਉਂ ਨਹੀਂ ਕਰੈਕਟ ਕਰਦੀ? ਅੱਛਾ, ਇੱਕ ਗੱਲ ਹੋਰ ਵੀ ਦੱਸ ਦਿਓ ਕਿ RTE ਐਕਟ ਜਿਹੜਾ ਹੈ, ਉਹਦੇ ਵਿੱਚ ਵੀਕਰ ਸੈਕਸ਼ਨ ਦਾ ਇੱਕ ਫਾਰਮੂਲਾ ਹੈ ਕਿ ਵੀਕਰ ਸੈਕਸ਼ਨ ਨੂੰ ਤੁਸੀਂ 25% ਐਡਮਿਸ਼ਨਸ ਦੇਣੀਆਂ ਨੇ, ਪਰ ਇਹ ਵੀ ਪਤਾ ਲੱਗਦਾ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਉਹਨੂੰ ਫੋਲੋ ਨਹੀਂ ਕਰਦਾ ਹੈਗਾ। ਦੇਖੋ, ਉਹ ਜਿਹੜੀ ਜ਼ਿੰਮੇਵਾਰੀ ਹੈਗੀ ਹੈ, ਉਹ ਸਰਕਾਰ ਦੀ ਜ਼ਿੰਮੇਵਾਰੀ ਪਹਿਲਾਂ ਆਉਂਦੀ ਹੈ, ਸਕੂਲ ਦੀ ਜ਼ਿੰਮੇਵਾਰੀ ਬਾਅਦ 'ਚ ਆਉਂਦੀ ਹੈ। ਬਹੁਤ ਸਾਰੀਆਂ ਸਟੇਟਸ ਨੇ ਹਿੰਦੁਸਤਾਨ ਦੇ ਵਿੱਚ ਜਿੱਥੇ RTE ਉਵੇਂ ਹੀ ਲੱਗਿਆ ਹੋਇਆ ਹੈ, ਜਿਵੇਂ ਲਾਗੂ ਹੋਇਆ ਹੋਇਆ ਹੈ, ਜਿਵੇਂ ਤੁਸੀਂ ਕਹਿ ਰਹੇ ਹੋ। RTE ਲਾਗੂ ਇੱਥੇ ਪੰਜਾਬ 'ਚ ਕਦੋਂ ਹੋਣਾ ਸੀ? ਜੇ ਸਰਕਾਰ ਕਹਿੰਦੀ ਕਿ ਅਸੀਂ ਇਸ ਨੂੰ ਸਹੀ ਮਾਇਨੇ 'ਚ ਆਪਣੀ ਮਨਸ਼ਾ ਨਾਲ, ਫੇਅਰਨੈਸ ਦੇ ਨਾਲ ਅਸੀਂ ਲਾਗੂ ਕਰਨਾ। ਜਿਹੜਾ RTE ਐਕਟ ਹੈ, ਉਹਨੂੰ ਸਮਝਣ ਦੇ ਲਈ ਤੁਹਾਨੂੰ ਪਹਿਲਾਂ ਉਹਦੀ ਜਿਹੜੀ ਸ਼ਰ੍ਹਾ ਹੈ ਉਹਦੇ ਵਿੱਚ ਜਾਣਾ ਪਏਗਾ। ਉਹ ਸ਼ਰ੍ਹਾ ਕੀ ਹੈ ਕਿ ਉਹ 'ਚ ਲਿਖਿਆ ਹੈ ਕਿ ਜਿਹੜਾ ਇੱਕ ਸੈਗਮੈਂਟ ਹੈ ਜਿਹਨੂੰ 25% ਰਾਖਵਾਂਕਰਨ ਦੇਣਾ ਹੈ, ਉਸ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਹੋਏਗੀ, ਪਰ ਐਕਚੁਅਲੀ ਉਹ ਫ੍ਰੀ ਨਹੀਂ ਹੈ। that has to be reimbursed by the government, state government। ਉਹਦੇ ਪੈਸੇ ਸਰਕਾਰ ਦੇਗੀ। ਉਹਦਾ ਫਾਰਮੂਲਾ ਕੀ ਹੈ?
ਵਿਚ ਐਵਰ ਇਜ਼ ਲੈਸ ਮੀਨ ਜੇ ਸਰਕਾਰ ਸਕੂਲ ਦੀ ਫੀਸ ਜਿਹੜੀ 2000 ਹੈ, ਸਰਕਾਰ ਦਾ ਪਰ ਬੱਚੇ ਦਾ ਖਰਚਾ 1500 ਆਉਂਦਾ ਤਾਂ ਸਰਕਾਰ 1500 ਦੇਗੀ। ਜੇ ਸਕੂਲ ਦੀ ਫੀਸ ਭੱਜਿਆ ਕੌਣ ਹੈ ਕਿ ਪ੍ਰਾਈਵੇਟ ਸਕੂਲਾਂ ਵਾਲੇ ਭੱਜੇ ਨੇ ਜਾਂ ਸਰਕਾਰ ਭੱਜੀ? ਮੈਂ ਉੱਥੇ ਆ ਰਿਹਾ ਜੀ, ਉਹ ਪ੍ਰਾਈਵੇਟ ਸਕੂਲ ਵਾਲੇ ਤਾਂ ਭੱਜ ਹੀ ਨਹੀਂ ਸਕਦੇ ਜੀ। ਪ੍ਰਾਈਵੇਟ ਸਕੂਲ ਵਾਲੇ ਕਿੱਦਾਂ ਭੱਜ ਸਕਦੇ? ਹੋਰ ਹਰ ਚੀਜ਼ ਤਾਂ ਉਹ ਬੰਨੇ ਹੋਏ ਨੇ। ਜੇ ਉਹਨਾਂ ਨੇ ਕੋਈ RTF ਐਫੀਲੀਏਸ਼ਨ ਲੈਣੀ, ਰਜਿਸਟ੍ਰੇਸ਼ਨ ਲੈਣੀ ਆ, ਬਿਲਡਿੰਗ ਸੇਫਟੀ, ਫਾਇਰ ਸੇਫਟੀ, ਇਹ ਸੇਫਟੀ, ਉਹ ਸਾਰਾ ਕੁਝ ਉਹਨੂੰ ਦੇਣਾ ਪੈਂਦਾ। ਐਫੀਲੀਏਸ਼ਨ ਲੈਣੀ ਆ, ਬਹੁਤ ਸਾਰਿਆਂ ਦੀਆਂ ਧਾਰਾਵਾਂ ਨੇ। ਸਰਕਾਰ ਨੇ ਕੀ ਕੀਤਾ, ਬੜੀ ਚਤੁਰਾਈ ਦੇ ਨਾਲ ਇੱਕ ਰੂਲ ਬਣਾਤਾ RT ਐਕਟ ਦੇ ਨਾਲ ਕਿ ਜੀ ਸਾਡੇ ਤਾਂ ਪੰਜਾਬ ਦੇ ਵਿੱਚ 3 ਕਿਲੋਮੀਟਰ ਤੋਂ ਲੈ ਕੇ 6 ਕਿਲੋਮੀਟਰ ਦੇ ਵਿੱਚ ਸਰਕਾਰੀ ਸਕੂਲ ਨੇ। ਪਹਿਲਾਂ ਉੱਥੇ ਜਿਹੜੀਆਂ ਸੀ ਸੀਟਸ ਭਰੀਆਂ ਜਾਣਗੀਆਂ, ਉਦੋਂ ਬਾਅਦ ਅਸੀਂ ਜਿਹੜਾ ਰეკਮੈਂਡ ਕਰਾਂਗੇ ਉਹ ਬੱਚਾ ਪ੍ਰਾਈਵੇਟ ਸਕੂਲ ਦਾਖਲ ਕਰ ਸਕਦਾ। ਐਜ਼ ਇਟ ਇਜ਼ ਪ੍ਰਾਈਵੇਟ ਸਕੂਲ ਕਿਸੇ ਇੱਦਾਂ ਫ੍ਰੀਸ਼ਿਪ ਬੱਚੇ ਨੂੰ ਜਿਹੜੀ ਅਮਾਊਂਟ ਹੈਜ਼ ਟੂ ਬੀ ਰੀਇੰਬਰਸਡ ਬਾਈ ਦੀ ਸਟੇਟ ਗਵਰਨਮੈਂਟ, ਉਹਨਾਂ ਦੀ ਵਿਲ ਤੋਂ ਬਿਨਾਂ ਜਮਾਂ ਹੀ ਨਹੀਂ ਕਰਾ ਸਕਦਾ। ਸਾਨੂੰ DO ਸਾਹਿਬ ਅੱਜ ਕਹਿਣ ਪ੍ਰਾਈਵੇਟ ਸਕੂਲ ਨੂੰ, ਤੇ ਸਰਕਾਰ ਪ੍ਰਾਈਵੇਟ ਸਕੂਲ ਦੀ ਜ਼ਰੂਰਤ ਹੀ ਨਹੀਂ ਹੈ ਉਹਨੂੰ। ਮਤਲਬ ਤੁਹਾਨੂੰ ਫੀਸ ਜਿਹੜੀ ਆ ਫਿਰ ਜਿਵੇਂ SC ਸਕਾਲਰਸ਼ਿਪ ਵਾਲੇ ਮਾਮਲੇ 'ਚ ਹੈ, ਸਰਕਾਰ ਨੇ ਪੇ ਕਰਨੀ ਹੈ, ਤੁਸੀਂ ਰੱਖਣ ਲਈ ਤਿਆਰ ਹੋ? ਤੁਸੀਂ RT ਐਕਟ ਲਾਗੂ ਕਰਨ ਨੂੰ ਤਿਆਰ ਹੋ? ਬਹੁਤ ਸਾਰੀਆਂ ਸਟੇਟਾਂ ਨੇ, ਮੈਂ ਤੁਹਾਨੂੰ ਦੱਸ ਦਿੰਦਾ, ਆਪਣਾ ਮਹਾਰਾਸ਼ਟਰ ਸਟੇਟ ਹੈ, ਉੱਥੇ ਚੱਲ ਰਿਹਾ। ਆਪਣਾ ਤਾਮਿਲਨਾਡੂ ਸਟੇਟ ਆ, ਉੱਥੇ ਚੱਲ ਰਿਹਾ, ਕਿਉਂਕਿ ਉੱਥੇ ਉਸ ਗਿਣਤੀ ਦੇ ਵਿੱਚ ਸਰਕਾਰੀ ਸਕੂਲ ਨਹੀਂ ਹੈਗੇ। ਸੋ ਇਸ ਕਰਕੇ ਉੱਥੇ ਭਰਮਾਰ ਰਹਿੰਦੀ ਹੈ ਬੱਚਿਆਂ ਦੀ ਬਹੁਤ ਜ਼ਿਆਦਾ। ਔਰ ਉਹ ਸਟੇਟਾਂ ਡਿਫਰੈਂਟ ਨੇ, ਉੱਥੇ ਪਾਪੂਲੇਸ਼ਨ ਵੀ ਦੀ ਡੈਂਸਿਟੀ ਵੀ ਬਹੁਤ ਹਾਈ ਹੈ। ਉੱਥੇ ਸਕੂਲ ਜਿਹੜੇ ਚਾਹੇ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ, 2 ਸ਼ਿਫਟਾਂ 'ਚ ਚੱਲਦੇ ਨੇ। ਅੱਛਾ, ਮੈਂ ਐਜੂਕੇਸ਼ਨ ਤੇ ਆ ਰਿਹਾ ਸੀਗਾ। ਐਜੂਕੇਸ਼ਨ ਦੇ ਮਿਆਰ ਦੀ ਜਦੋਂ ਗੱਲ ਆਉਂਦੀ ਆ ਤਾਂ ਕਹਿੰਦੇ ਇਹ ਘਟਦਾ ਜਾ ਰਿਹਾ, ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਜਾਂ ਜਿਹੜੀ ਇੱਕ ਜਿਹਨੂੰ ਬੌਧਿਕ ਵਿਕਾਸ ਕਹਿੰਦੇ ਆ, ਕਿ ਉਸ ਤਰ੍ਹਾਂ ਦਾ ਵਿਕਾਸ ਨਹੀਂ ਸਕੂਲਾਂ ਦੇ ਵਿੱਚੋਂ ਬੱਚਿਆਂ ਦਾ ਹੋ ਰਿਹਾ। ਉਹ ਬੌਧਿਕ ਵਿਕਾਸ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਜੀ, ਉਹਦੇ ਤੇ ਡਿਪੈਂਡ ਕਰਦਾ ਹੈਗਾ ਸਾਰੇ ਦਾ ਸਾਰਾ, ਉਹਦੀ ਸਾਰੀ ਦੀ ਸਾਰੀ ਡਿਪੈਂਡੈਂਸੀ ਹੈਗੀ ਹੈ ਫਰੇਮਿੰਗ ਆਫ ਜਿਹੜਾ ਸਿਲੇਬਸ ਹੈ ਜਾਂ ਜਿਹੜਾ ਕਰਿਕੂਲਮ ਸੈੱਟ ਹੋਣਾ ਉਹਦੇ ਉੱਤੇ ਹੈ। ਜਦੋਂ ਤੱਕ ਸਰਕਾਰ ਉਸ ਲੈਵਲ ਦਾ ਕਰਿਕੂਲਮ ਸੈੱਟ ਨਹੀਂ ਕਰੇਗੀ ਤਾਂ ਉਹ ਸਿਸਟਮ ਦੇ ਵਿੱਚ ਸੁਧਾਰ ਨਹੀਂ ਆ ਸਕਦਾ। ਬੀਇੰਗ ਐਨ ਪ੍ਰਾਈਵੇਟ ਐਂਟਰਪ੍ਰੇਨਿਓਰ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰਦੇ ਹਾਂ, ਇਸੇ ਕਰਕੇ ਪ੍ਰਾਈਵੇਟ ਪਬਲਿਸ਼ਰਸ ਦੀਆਂ ਬੁੱਕਸ ਲਾਈਆਂ ਜਾਂਦੀਆਂ ਨੇ। ਇਸੇ ਚੀਜ਼ ਦਾ ਇੱਕ ਪਟੀਸ਼ਨ ਪਈ ਸੀ, ਸਿਵਲ ਰਿਟ ਪਟੀਸ਼ਨ ਨੰਬਰ 20545, ਉਹਦੇ ਵਿੱਚ ਪਾਰਟੀਕੂਲਰਲੀ ਇਨਸਿਸਟ ਕੀਤਾ ਗਿਆ ਸੀ ਕਿ ਜੀ NCERT ਬੁੱਕਸ ਹੀ ਪੜ੍ਹਨੀਆਂ ਨੇ। ਹੁਣ ਜੇ NCERT ਬੁੱਕਸ ਜਦੋਂ ਪੜ੍ਹਦੇ ਆਪਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੋਂ ਬਾਹਰ ਰਹਿ ਜਾਂਦੀਆਂ ਨੇ। ਜਦੋਂ ਬਾਹਰ ਰਹਿ ਜਾਂਦੀਆਂ ਨੇ ਤਾਂ ਉਹ ਕਵਰ ਕਿਵੇਂ ਕਰਾਉਣੀਆਂ ਨੇ? ਪ੍ਰਾਈਵੇਟ ਪਬਲਿਸ਼ਰ ਦੀ ਬੁੱਕਸ ਤੋਂ। ਸੋ ਉਹੀ ਤਾਂ ਲੜਾਈ ਹੈ। ਸੋ ਇਸ ਕਰਕੇ ਆਨਰੇਬਲ ਸੁਪਰੀਮ ਕੋਰਟ ਤੱਕ ਉਹ ਫੈਸਲਾ ਗਿਆ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਪ੍ਰਾਈਵੇਟ ਬੁੱਕਸ ਨਹੀਂ ਪੜ੍ਹਾਓਗੇ ਤਾਂ ਬੱਚਿਆਂ ਨੂੰ ਤੁਸੀਂ ਸਮੇਂ ਦੇ ਹਾਣੀ ਕਿਵੇਂ ਬਣਾਓਗੇ? ਪਰ ਇਹੀ ਵਰਡਿੰਗ ਲਿਖੀ ਹੋਈ ਹੈ। ਅੱਛਾ, ਤੁਹਾਡੀ ਹੁਣ ਕੋਸ਼ਿਸ਼ ਕੀ ਰਹਿੰਦੀ ਹੈ? ਵਾਕਈ ਤੁਸੀਂ ਕਹਿੰਦੇ ਹੋ ਕਿ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿਣ ਲੱਗੇ ਬ੍ਰੇਨ ਡਰੇਨ ਹੋ ਰਿਹਾ ਹੈ, ਵਿਦਿਆਰਥੀ ਤਾਂ +2 ਕਰਕੇ ਬਾਹਰ ਜਾ ਰਹੇ ਨੇ, ਉਹਨਾਂ ਦਾ ਇੱਕੋ ਇੱਕ ਮੰਚ ਹੈ ਕਿ ਆਇਲਸ ਕਰੋ ਤੇ ਬਾਹਰ ਚਲੇ ਜਾਓ, ਸਾਡਾ ਫਿਊਚਰ ਇੱਥੇ ਹੈ ਨਹੀਂ, ਬ੍ਰਾਈਟ ਤਾਂ ਬਿਲਕੁਲ ਇੰਨੀ ਹਨੇਰਾ ਹੀ ਹਨੇਰਾ ਦਿਖਦਾ। ਇਹ ਜਿਹੜੇ ਇੰਨੇ ਸਕੂਲਾਂ ਦੇ ਵਿੱਚ ਹੁਣ ਸਟੂਡੈਂਟ ਪੜ੍ਹ ਰਹੇ ਨੇ, ਉਹਨਾਂ ਦਾ ਫਿਊਚਰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡੇ ਕੋਲ ਪੜ੍ਹ ਰਹੇ ਨੇ। ਦੇਖੋ, ਜਿਹੜਾ ਇਸ ਟਾਈਮ ਪੰਜਾਬ ਦਾ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਇਹੀ ਹੈ ਜਿਹੜੀ ਤੁਸੀਂ ਕਹੀ ਹੈ, ਕਿਉਂਕਿ ਜਿੰਨੇ ਬੱਚੇ ਸਾਡੇ ਕੋਲ ਹੀ ਪਾਸ ਆਊਟ ਹੁੰਦੇ ਨੇ ਗ੍ਰੇਡ 12 ਦੇ, ਹਾਰਡਲੀ ਉਹਦੇ ਵਿੱਚੋਂ 1 ਜਾਂ 1.5% ਇੱਥੇ ਰਿਟੇਨ ਹੁੰਦਾ, ਬਾਕੀ ਸਾਰੇ ਬਾਹਰ ਚਲ ਜਾਂਦੇ ਆ। ਔਰ ਇਹ ਜਿਹੜਾ ਸਿਸਟਮ ਹੈਗਾ ਇਹ ਲਾਸਟ ਤਕਰੀਬਨ 10-12 ਸਾਲਾਂ ਤੋਂ ਬਾਅਦ ਦਸਤੂਰ ਜਾਰੀ ਆ, ਜਦੋਂ ਤੋਂ ਕੈਨੇਡਾ ਨੇ ਆਪਣੀ ਜਿਹੜੀ PR ਦੀ ਜਾਂ ਸਟੂਡੈਂਟ ਵੀਜ਼ੇ ਨੂੰ ਈਜ਼ੀਨੈਸ ਕੀਤੀ ਹੈਗੀ ਆ। ਉਸ ਤੋਂ ਪਹਿਲਾਂ ਆਸਟ੍ਰੇਲੀਆ ਸੀਗਾ ਜੀ, ਉੱਥੇ ਬੜੀ ਈਜ਼ੀਨੈਸ ਸੀ, ਹੁਣ ਉਹ ਟਫ ਹੋ ਗਿਆ। ਜੋ ਜਦ ਤੱਕ ਉਹ ਪਿਕ ਕਰਦੇ ਰਹਿਣਗੇ ਰਹੇਗੀ, ਕਿਉਂਕਿ ਪੰਜਾਬ ਦਾ ਇੱਕ ਬਹੁਤ ਵੱਡਾ ਰਿਲੇਸ਼ਨ, ਇੱਕ ਬ੍ਰਿਜ ਬਣਿਆ ਹੋਇਆ ਹੈ ਕੈਨੇਡਾ ਦੇ ਨਾਲ ਬਹੁਤ ਲੰਬੇ ਸਮੇਂ ਤੋਂ। ਉੱਥੇ ਤਕਰੀਬਨ 4th ਜਨਰੇਸ਼ਨ ਪਹੁੰਚ ਚੁੱਕੀ ਹੈ ਜੀ ਸਾਡੀ ਕੈਨੇਡਾ ਦੇ ਵਿੱਚ। ਇਸੇ ਕਰਕੇ ਤੁਸੀਂ ਦੇਖੋ ਕਈ ਸਟੇਟਾਂ ਵਿੱਚ ਉੱਥੇ ਸੈਕੰਡ ਲੈਂਗੁਏਜ ਪੰਜਾਬੀ ਹੋ ਗਈ ਆ। ਸਾਡੇ 4-5 ਵਜ਼ੀਰ ਪੰਜਾਬੀ ਨੇ ਉੱਥੇ। ਹਾਂਜੀ, ਅਤੇ ਜਿਹੜਾ ਇੱਥੋਂ ਦੇ ਜਿਹੜੀ ਸਮੱਸਿਆ ਹੈਗੀ ਉਹਨੂੰ ਠੱਲ ਕਿੱਦਾਂ ਪਾਏਗੀ? ਜੇ ਬੱਚੇ ਨੂੰ ਅਸੀਂ ਇੱਥੋਂ ਬਰਾਬਰ ਮੌਕੇ ਦੇਵਾਂਗੇ, ਉਹਨੂੰ ਜੌਬਸ ਮਿਲਣਗੀਆਂ, ਉਹਨੂੰ ਕਨਵੀਨੀਅੰਟ ਇੱਕ ਐਟਮੋਸਫੀਅਰ ਮਿਲੇਗਾ ਜੇ ਉਹਨੇ ਬਿਜ਼ਨਸ ਵੀ ਕਰਨਾ। ਪਹਿਲਾਂ ਵੀ ਬਹੁਤ ਸਾਰੇ ਬੰਦੇ ਸਰਕਾਰੀ ਜੌਬ ਥੋੜ੍ਹੀ ਕਰਦੇ ਸੀ, ਪਹਿਲਾਂ ਵੀ ਬੰਦੇ ਬਿਜ਼ਨਸ ਕਰਦੇ ਸੀ। ਐਗਰੀਕਲਚਰ ਜਿਹੜਾ ਖੇਤਾ ਹੈ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਇੱਕ ਪ੍ਰੋਫਿਟੇਬਲ ਬਿਜ਼ਨਸ ਹੋਣਾ ਚਾਹੀਦਾ ਹੈ, ਔਰ ਉਹਦੀ ਇੱਕ ਜਿਹੜੀ ਆਪਾਂ ਕਹਿੰਦੇ ਮਾਡਰਨਾਈਜੇਸ਼ਨ ਹੋਣੀ ਚਾਹੀਦੀ ਹੈ। ਹਾਲਾਂਕਿ ਪੰਜਾਬ ਪਹਿਲਾਂ ਵੀ ਬਹੁਤ ਜਿਹੜੀ ਹੈਗੀ ਆ ਟੈਕਨੀਕਲ ਸਕਿੱਲਸ ਬਹੁਤ ਯੂਜ਼ ਹੁੰਦੇ। ਸਾਡੇ ਆਮ ਤੌਰ 'ਤੇ ਜਿਹੜੀ ਸਾਰੀ ਖੇਤੀ ਆ ਟਰੈਕਟਰਾਂ 'ਤੇ ਔਰ ਮਸ਼ੀਨਰੀ 'ਤੇ ਡਿਪੈਂਡੈਂਟ ਹੋ ਗਈ ਆ। ਬਹੁਤ ਘੱਟ ਜਿਹੜੀ ਹੱਥਾਂ ਨਾਲ ਕਟਾਈ ਹੁੰਦੀ ਹੈ, ਕੰਬਾਈਨਾਂ ਨਾਲ ਕਟਾਈ ਹੁੰਦੀ ਹੈ। ਸੋ ਪਰ ਇਹਦੇ ਨਾਲ ਸਾਨੂੰ ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ ਕਰਕੇ ਬੱਚਿਆਂ ਨੂੰ ਉਸ ਚੀਜ਼ ਦੇ ਨਾਲ ਜੋੜਿਆ ਜਾਏਗਾ। ਹੁਣ ਗਲਤੀ ਕਿੱਥੇ ਹੋਈ? ਹੁਣ ਸਾਡੇ ਆਪਾਂ ਕਹਿੰਦੇ ਕ੍ਰਿਸ਼ੀ ਪ੍ਰਧਾਨ ਕੰਟਰੀ ਹੈ, ਸਾਡੀ ਸਟੇਟ ਤਾਂ ਹੈ ਹੀ ਕ੍ਰਿਸ਼ੀ ਪ੍ਰਧਾਨ ਹੈ। ਬੱਚਿਆਂ ਨੂੰ ਜਿੱਥੋਂ ਪਿਛੋਕੜ ਤੋਂ ਆਉਂਦੇ ਆ ਉਹ ਐਗਰੀਕਲਚਰ 'ਚੋਂ ਆਉਂਦੇ ਆ, ਠੀਕ ਹੈ ਜੀ। ਔਰ ਜੇ ਤੁਸੀਂ ਛੁੱਟੀਆਂ ਵੀ ਦੇਖੋ, ਫਰੇਮ ਇਸ ਤਰ੍ਹਾਂ ਕੀਤੀਆਂ ਗਈਆਂ ਸੀ, ਜਦੋਂ ਵਾਢੀ ਆਉਂਦੀ ਸੀ ਉਦੋਂ ਛੁੱਟੀਆਂ ਹੋ ਜਾਂਦੀਆਂ ਸੀ, ਜਦੋਂ ਬਿਜਾਈ ਆਉਂਦੀ ਸੀ ਉਦੋਂ ਛੁੱਟੀਆਂ ਹੋ ਜਾਂਦੀਆਂ ਸੀ, ਹੈ ਨਾ। ਇਸੇ ਤਰੀਕੇ ਇਹਨਾਂ ਨੂੰ ਫਰੇਮ ਕੀਤਾ ਗਿਆ ਸੀ। ਔਰ ਅਸੀਂ ਤਾਂ ਚਲੋ ਫਾਰਮਰ ਨਹੀਂ ਰਹੀ ਸਾਡੇ ਪੇਰੈਂਟਸ ਤਾਂ, ਪਰ ਸਾਡੇ ਨਾਲ ਜਿਹੜੇ ਫਾਰਮਰਸ ਦੇ ਬੱਚੇ ਪੜ੍ਹਦੇ ਹੁੰਦੇ ਸੀ
ਤਾਂ ਉਹ ਸਾਡੇ ਨਾਲ ਆਪਣੇ ਜਿਹੜੇ ਸੀ ਸ਼ੇਅਰ ਕਰਦੇ ਹੁੰਦੇ ਸੀ ਵੀ ਕੱਲ੍ਹ ਉੱਥੇ ਵਢਾਈ ਹੋ ਰਹੀ ਸੀ ਅਤੇ ਮੈਂ ਰੋਟੀ ਲੈ ਕੇ ਖੇਤ ਗਿਆ, ਮੈਂ ਲੱਸੀ ਲੈ ਕੇ ਖੇਤ ਗਿਆ, ਹੈ ਜੀ, ਛਾਬਾ ਲੈ ਕੇ ਮੈਂ ਰੋਟੀਆਂ ਲੈ ਕੇ ਗਿਆ। ਸੋ ਉਦੋਂ ਉਹ ਬੱਚੇ ਫੀਲਡ ਤੱਕ ਜਾਂਦੇ ਸੀ। ਹੁਣ ਉਹ ਚੀਜ਼ ਖਤਮ ਹੋ ਗਈ। ਬਹੁਤ ਸਾਰੇ ਫਾਰਮਰਸ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੀ ਜ਼ਮੀਨ ਹੈ ਕਿੱਥੇ, ਠੀਕ ਹੈ ਜੀ। ਉਹ ਚੀਜ਼ ਨਾਲ ਜੇ ਜੁੜਾਓ ਕਰਨਾ ਹੈ ਤਾਂ ਤੁਹਾਨੂੰ ਇੱਕ ਐਗਰੀਕਲਚਰ ਸਬਜੈਕਟ ਰਾਈਟ ਫਰੋਮ ਦਾ ਬਿਗਨਿੰਗ ਜੋੜਨਾ ਚਾਹੀਦਾ। ਸੰਜੀਵ ਜੀ ਤੋਂ ਅੱਗੇ ਚੱਲਦੇ ਹਾਂ। ਠੀਕ ਹੈ, ਮੈਂ ਇੱਕ ਸਵਾਲ ਸੀਗਾ ਕਿ ਸਰਕਾਰੀ ਸਕੂਲਾਂ ਦਾ ਤੇ ਨਿੱਜੀ ਸਕੂਲਾਂ ਦੇ ਵਿੱਚ ਜਦੋਂ ਹੁਣ ਤੁਸੀਂ ਬੱਚੇ ਦੀ ਲੈਵਲ ਦਾ ਜਾਂ ਸਟੱਡੀ ਦਾ ਕੰਪੈਰੀਜ਼ਨ ਕਰਦੇ ਹੋ, ਤੁਸੀਂ ਲੱਗਦਾ ਕਿ ਉਹ ਵੀ ਤੁਹਾਡੇ ਜਾਂ ਤੁਹਾਡੇ ਵਰਗੇ ਸਕੂਲਾਂ ਦੇ ਬੱਚਿਆਂ ਨੂੰ ਕੰਪੀਟ ਕਰ ਸਕਦੇ ਨੇ? ਕਿਵੇਂ ਸੋਚਦੇ ਹੋ ਇਸ ਗੱਲ ਨੂੰ ਤੁਸੀਂ? ਦੇਖੋ ਜੀ, ਨਹੀਂ ਕਰ ਸਕਦੇ, ਮੈਂ ਹਜੇ ਨਹੀਂ ਕਰ ਸਕਦੇ। ਜੇ ਸਰਕਾਰ, ਜਿਵੇਂ ਲੋਕਾਂ ਨੂੰ ਬੜੀ ਐਕਸਪੈਕਟੇਸ਼ਨ ਹੈ, ਸ਼ਾਇਦ ਉਹ ਇਸ ਕੰਮ ਨੂੰ ਕਰਨ ਵਿੱਚ ਕਾਮਯਾਬ ਹੋ ਜਾਣ। ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜਾ ਥੋੜ੍ਹਾ ਜਿਹਾ ਵੀ ਆਪਾਂ ਕਹਿੰਦੇ ਕਿ ਅਫੋਰਡੇਬਲ ਬੰਦਾ ਹੈਗਾ, ਉਹ ਆਪਣੇ ਬੱਚੇ ਨੂੰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਨਿੱਜੀ ਸਕੂਲ 'ਚ ਲਾ ਦੇਵਾਂ, ਪ੍ਰਾਈਵੇਟ 'ਚ। ਈਵਨ ਮੈਂ ਤੁਹਾਨੂੰ ਦੱਸਦਾ, ਜਿੱਦਾਂ ਸਾਡੇ ਕੋਲ ਜਿਹੜੇ ਵਰਕਿੰਗ ਕਲਾਸ ਹੈ, ਮੰਨ ਲਓ ਸਾਡੇ ਕੋਲ ਟੀਚਰ ਸਟਾਫ ਨੇ, ਨਾਨ ਟੀਚਿੰਗ ਸਟਾਫ ਹੈ, ਉਹਨਾਂ ਵਿੱਚੋਂ ਕਈ ਬੰਦੇ ਕੰਮ ਕਰਦੇ ਨੇ ਔਰ ਬੜੀ ਡੈਡੀਕੇਸ਼ਨ ਨਾਲ ਕਰਦੇ ਨੇ, ਪਰ ਉਹਨਾਂ ਦਾ ਮੁੱਖ ਮਨੋਰਥ ਜਿਹੜਾ ਹੈਗਾ ਆਪਣੇ ਬੱਚੇ ਨੂੰ ਇਸ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ ਹੈ। ਸ਼ਾਇਦ ਉਹਨਾਂ ਨੂੰ ਜੌਬ ਦੀ ਲੋੜ ਨਹੀਂ ਹੈ, ਪਰ ਉਹਨਾਂ ਦਾ ਉਹ ਚਾਹੁੰਦੇ ਨੇ ਕਿ ਮੈਂ ਬੱਚੇ ਨੂੰ ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ, ਤੇ ਉਹ ਵਰਕਿੰਗ ਕਲਾਸ 'ਚ ਵੀ ਆ ਗਏ ਅਤੇ ਬੱਚਾ ਅਸੀਂ ਉਹਨਾਂ ਦਾ ਫਰੀ ਕਰ ਦਿੱਤਾ। ਸੋ ਇੱਕ ਜੇ ਆਪਾਂ ਉਹ ਗੱਲ ਕਹੀਏ ਕਿ ਉਹ ਬੱਚੇ ਨੂੰ ਜੇ ਉਹ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਤਾਂ ਸ਼ਾਇਦ ਉਹ ਐਜੂਕੇਸ਼ਨ ਨਾ ਲੈ ਸਕਦਾ ਜਿਹੜੀ ਉਹ ਸਾਡੇ ਕੋਲ ਆ ਕੇ ਲੈ। ਪਰ ਬਹੁਤ ਸਾਰੇ ਇਹ ਵੀ ਗੱਲ ਕਹਿੰਦੇ ਨੇ ਕਿ ਤੁਹਾਡੇ ਨਿੱਜੀ ਸਕੂਲਾਂ ਦੇ ਨਾਲੋਂ ਜਿਹੜੇ ਗਵਰਨਮੈਂਟ ਸਕੂਲ ਦੇ ਵਿੱਚ ਟੀਚਰਸ ਨੇ ਉਹ ਹਾਈਲੀ ਕੁਆਲੀਫਾਈਡ ਵੀ ਨੇ, ਉਹ ਹਾਈਲੀ ਪੇਡ ਵੀ ਨੇ, ਮੱਚ ਪੇਡ ਨੇ ਤੁਹਾਡੇ ਨਾਲੋਂ, ਤੇ ਫਿਰ ਕਿਉਂ ਫਰਕ ਹੈ? ਦੇਖੋ, ਐਜੂਕੇਸ਼ਨ ਦਾ ਸੰਬੰਧ ਪੇਮੈਂਟ ਦੇ ਨਾਲ ਨਹੀਂ ਹੈਗਾ, ਇਹ ਤੁਸੀਂ ਮੰਨ ਕੇ ਚੱਲੋ। ਜੇ ਪੇਮੈਂਟ ਦੇ ਨਾਲ ਐਜੂਕੇਸ਼ਨ ਦਾ ਸੰਬੰਧ ਹੁੰਦਾ ਤਾਂ ਸ਼ਾਇਦ ਅਮੀਰਾਂ ਦੇ ਬੱਚੇ ਤਾਂ ਸਾਰੇ ਦੇ ਸਾਰੇ ਮਤਲਬ ਆਪਾਂ ਵਿਜ਼ਡਮ ਨਾਲ ਭਰੇ ਹੁੰਦੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਐਜੂਕੇਸ਼ਨਿਸਟ ਦਾ ਕੰਮ ਕੀ ਹੈ, ਇੱਕ ਰੀਅਲ ਟੀਚਰ ਨੂੰ ਲੱਭਣਾ। ਉਹ ਮੈਂ ਸਮਝਦਾ ਕਿ ਜਿੰਨੀ ਮਿਹਨਤ ਪ੍ਰਾਈਵੇਟ ਸਕੂਲ ਵਾਲੇ ਕਰਦੇ ਆ ਤੇ ਸ਼ਾਇਦ ਗਵਰਨਮੈਂਟ ਵਾਲੇ ਉਹ ਨਹੀਂ ਕਰ ਸਕਦੇ। ਤੁਸੀਂ ਵੈਸੇ ਵੀ ਮੰਨ ਕੇ ਚੱਲੋ, ਜਿਹੜਾ ਗਵਰਨਮੈਂਟ ਦਾ ਕੰਮ ਹੁੰਦਾ ਉਹ ਇੱਕ ਬੜੇ ਹੀ ਲੀਨੀਅੰਟ ਜ਼ੋਨ ਚੱਲ ਜਾਂਦਾ। ਦੂਸਰੀ ਗੱਲ ਆਉਂਦੀ ਹੈਗੀ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਫੈਕਟਰ ਨਾਲ ਫੈਕਟਰ ਜੁੜਿਆ ਹੋਇਆ। ਜੇ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕ ਪੜ੍ਹਾ ਰਹੇ ਨੇ ਤਾਂ ਉਹਨਾਂ ਦੇ ਬੱਚੇ ਵੀ ਉਸ ਸਕੂਲ 'ਚ ਪੜ੍ਹ ਰਹੇ ਨੇ। ਇਹ ਚੀਜ਼ ਸਰਕਾਰੀ ਸਕੂਲਾਂ 'ਚ ਨਹੀਂ ਹੈਗੀ। ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ। ਬਹੁਤ ਦੇਰ ਤੋਂ ਮੰਗ ਹੈ, ਕਹਿੰਦੇ ਉਹਨਾਂ ਦੇ ਬੱਚੇ ਲਾ ਦਿਓ ਫਿਰ ਠੀਕ ਹੋ ਜਾਊਗਾ। ਫਰਕ ਹੈ, ਪਰ ਹੋ ਨਹੀਂ ਸਕਣਾ ਸ਼ਾਇਦ। ਸੋ ਕਈ ਚੀਜ਼ਾਂ ਜੇ ਤੁਸੀਂ ਦੇਖੋਗੇ ਕਿ ਸਰਕਾਰੀ ਅਧਿਆਪਕ ਭਾਵੇਂ ਤਨਖਾਹ ਜਿਹੜੀ ਹੈਗੀ ਆ ਉਹ 60,000 ਲੈ ਰਿਹਾ, 70,000 ਲੈ ਰਿਹਾ, 80,000 ਲੈ ਰਿਹਾ, ਜਦੋਂ ਤੁਸੀਂ ਉਹਦਾ ਪੋਟੈਂਸ਼ੀਅਲ ਚੈੱਕ ਕਰੋਗੇ, ਉਹ ਕੈਲੀਬਰ ਚੈੱਕ ਕਰੋਗੇ, ਉਹ ਕੈਲੀਬਰ ਤੁਹਾਨੂੰ ਪ੍ਰਾਈਵੇਟ ਸਕੂਲ ਦੇ ਟੀਚਰ ਦੇ ਮੁਕਾਬਲੇ ਕਿਤੇ ਨਜ਼ਰ। ਇਤਰਾਜ਼ ਕਰਦੇ ਨਾ ਤੁਹਾਡੇ ਤੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੇ, ਇਹ ਕਹਿਣਾ ਠੀਕ ਨਹੀਂ ਹੈ ਕਿ ਤੁਸੀਂ ਕਹੀ ਗੱਲ। ਦੇਖੋ, ਉਹ ਤਾਂ ਜੇ ਇਤਰਾਜ਼ ਕਰਨਗੇ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰਾ ਦਾਂਗੇ। ਸਾਡੇ ਕੋਲ ਤਾਂ ਫੈਡਰੇਸ਼ਨ ਦੇ ਅਵਾਰਡਸ ਹੈਗੇ ਨੇ ਜੀ, ਅਸੀਂ ਤਾਂ ਸਾਰਿਆਂ ਲਈ ਓਪਨ ਖੁੱਲ੍ਹਾ ਸੱਦਾ ਦਿੱਤਾ ਹੋਇਆ। ਕਿਹੜੇ ਖਾਸ ਸਹੂਲਤਾਂ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਮਿਲਣ ਤੇ ਦਿੰਦੇ ਵੀ ਹੋ ਇੱਥੇ? ਦੇਖੋ, ਸਭ ਤੋਂ ਵੱਡੀ ਸਹੂਲਤ ਤਾਂ ਜਿਹੜੀ ਹੈਗੀ ਆ ਕਿ ਜਿੱਦਾਂ ਮੰਨ ਲਓ ਸਾਡੇ ਵੈਦਰ ਦੀ ਜਿਹੜੀ ਹੈਗੀ ਆ, ਜਦੋਂ ਬਹੁਤ ਹੌਟ ਹੋ ਜਾਂਦਾ ਤੇ ਮੈਂ ਕਹਿੰਦਾ ਕਿ ਸਾਡੇ ਜਿੰਨੇ ਮੇਰੇ ਕਲਾਸਰੂਮ ਨੇ ਸਾਰੇ ਏਅਰ ਕੰਡੀਸ਼ਨ ਨੇ ਜੀ। ਔਰ ਜਿਹੜੇ ਉਸ ਤੋਂ ਇਲਾਵਾ ਜਿੰਨੇ ਕਲਾਸਰੂਮ ਨੇ ਸਾਰੇ ਡਿਜੀਟਲ ਨੇ ਜੀ। ਉਹਨਾਂ ਦੇ ਵਿੱਚ ਅਸੀਂ ਮੰਨ ਲਓ ਟੱਚ ਸਕਰੀਨ ਬੋਰਡ ਵੀ ਲੱਗੇ ਹੋਏ ਨੇ, ਸਾਡੇ ਪਲਾਜ਼ਮਾ ਵੀ ਲੱਗੇ ਹੋਏ ਨੇ, ਟਰਾਇਓ ਬੋਰਡ ਲੱਗੇ ਹੋਏ ਨੇ। ਤੁਸੀਂ ਗ੍ਰੀਨ ਬੋਰਡ ਦੇ ਉੱਤੇ ਚੌਕ ਨਾਲ ਵੀ ਪੜ੍ਹਾ ਸਕਦੇ ਹੋ, ਤੁਸੀਂ ਮਾਰਕਰ ਦੇ ਨਾਲ ਵਾਈਟ ਬੋਰਡ 'ਤੇ ਵੀ ਪੜ੍ਹਾ ਸਕਦੇ ਹੋ। ਐਂਡ ਉਸ ਤੋਂ ਇਲਾਵਾ ਜਦੋਂ ਤੁਸੀਂ ਉਹਨੂੰ ਸਲਾਈਡ ਕਰ ਦਿੰਦੇ ਹੋ ਤਾਂ ਪਲਾਜ਼ਮਾ ਬਾਹਰ ਆ ਜਾਂਦਾ। ਬਹੁਤ ਸਾਰਿਆਂ ਦੇ ਵਿੱਚ ਸਾਡੇ ਵਾਈਟ ਬੋਰਡ ਲੱਗਾ ਹੋਇਆ ਐਂਡ ਟੱਚ ਸਕਰੀਨ ਬੋਰਡ ਲੱਗੇ ਹੋਏ ਨੇ, ਪ੍ਰੋਜੈਕਟਰ ਲੱਗੇ ਹੋਏ ਨੇ। ਔਰ ਇਹ ਫੈਸਿਲਿਟੀਆਂ ਤਾਂ ਹੋ ਗਈਆਂ ਅਕੈਡਮਿਕਸ ਦੀਆਂ। ਉਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ 37 ਇੰਡੀਪੈਂਡੈਂਟ ਗੇਮਸ ਐਂਡ 22 ਜਿਹੜੇ ਹੈਗੇ ਆ 21 ਟਰੈਕ ਐਂਡ ਫੀਲਡ ਈਵੈਂਟਸ ਹੈ। ਉਹਦੇ ਵਿੱਚ ਸਾਨੂੰ ਹੁਣ ਆਮ ਤੌਰ 'ਤੇ ਤੁਸੀਂ ਸਕੂਲ ਵਿੱਚ ਜਾਂਦੇ ਹੋ ਤਾਂ ਤੁਸੀਂ ਪੁੱਛਦੇ ਹੋ ਵੀ ਡੀਪੀ, ਉਹ ਕਹਿੰਦੇ ਜੀ 1 ਡੀਪੀ ਹੈ, ਕੋਈ ਕਹਿੰਦਾ 2 ਡੀਪੀ ਹੈ। ਤੁਸੀਂ ਯਕੀਨ ਜਾਣਿਓ, ਤੁਹਾਨੂੰ ਅਸੀਂ ਜਦੋਂ ਮੁਲਾਕਾਤ ਕਰਾਵਾਂਗੇ 16-17 ਸਾਡੇ ਕੋਲ ਸਪੋਰਟਸ ਟੀਚਰ ਹੈ। ਅੱਛਾ ਜੀ। ਹੁਣ ਮੰਨ ਲਓ ਸਾਡੇ ਕੋਲ ਕ੍ਰਿਕਟ ਹੈ, ਕ੍ਰਿਕਟ ਦੇ ਵਿੱਚ ਸਾਡੇ ਕੋਲ 4 ਜਿਹੜੇ ਹੈਗੇ ਆ ਉਹ ਨੇ, ਇੱਕ ਸਪਿਨਰ ਦਾ ਵੱਖਰਾ, ਫਾਸਟ ਬੋਲਿੰਗ ਦਾ ਵੱਖਰਾ, ਬੈਟਿੰਗ ਦਾ ਵੱਖਰਾ, ਫੀਲਡਿੰਗ ਦਾ ਵੱਖਰਾ। ਔਰ ਜਿਵੇਂ ਸਾਡੇ ਜਿਹੜੀ ਪਿੱਚ ਬਣੀ ਹੋਈ ਹੈ ਦੈਟ ਇਜ਼ ਐਫੀਲੀਏਟ ਵਿਦ PCA, ਹਾਲਾਂਕਿ ਅਸੀਂ ਉਹਨਾਂ ਤੋਂ ਕੋਈ ਗ੍ਰਾਂਟ ਨਹੀਂ ਲੈਂਦੇ, ਪਰ ਉਹ ਸੇਮ ਮੱਡ ਦੀ ਬਣੀ ਹੋਈ ਹੈ ਜਿਸ ਮੱਡ ਦੀ ਮੋਹਾਲੀ ਪਿੱਚ ਬਣੀ ਹੋਈ ਹੈ। ਸੇਮ ਮਿੱਟੀ ਇੱਥੇ ਕਰਕੇ ਲਿਆਂਦੀ ਗਈ ਆ, ਉਨਾ ਹੀ ਬਾਊਂਸ ਤੁਹਾਨੂੰ ਨਜ਼ਰ ਆਏਗਾ। ਔਰ ਇੱਥੇ ਜਦੋਂ ਮੈਨੂੰ ਯਾਦ ਆ ਹਰਭਜਨ ਸਿੰਘ ਜੀ ਆਏ ਤਾਂ ਅਸੀਂ ਇੱਕ ਵੈਸੇ ਹੀ ਉਹਨਾਂ ਨੂੰ ਇੱਕ ਟੋਕਨ ਆਫ ਲਵ ਦੇ ਤਰ੍ਹਾਂ ਹੀ ਕਿਹਾ ਵੀ ਤੁਸੀਂ ਬੈਟਿੰਗ ਕਰਕੇ ਜਾਓ, ਅਸੀਂ ਵੀ ਕਹਾਂਗੇ ਇੱਥੇ ਹਰਭਜਨ ਸਿੰਘ ਖੇਡ ਕੇ ਗਿਆ। ਅਤੇ ਮੇਰੇ ਦੋਸਤ ਹੀ ਗਗਨ ਬਜਾਜ, ਉਹਨੇ ਬਾਲ ਕੀਤੀ, ਜਦੋਂ ਉਹ ਬਾਲ ਇੰਨੀ ਜ਼ਿਆਦਾ ਸਵਿੰਗ ਹੋਈ ਉੱਥੇ ਤਾਂ ਉਹ ਬੋਲਡ ਹੁੰਦੇ ਬਚੇ।
ਤੇ ਉਹਨਾਂ ਨੇ ਬੜੇ ਮਜ਼ਾਕ 'ਚ ਫਿਰ ਉਹ ਗਗਨ ਦੇ ਬੇਟੇ ਨੂੰ ਕਿਹਾ, ਕਹਿੰਦੇ ਉਹ ਤੇਰੇ ਪਿਓ ਨੇ ਤਾਂ ਮੈਨੂੰ ਬੋਲਡ ਹੀ ਕਰ ਛੱਡਿਆ ਸੀ। ਮੈਨੂੰ ਕਹਿੰਦਾ ਸਿਆਣੀ ਪਿੱਚ, ਕਹਿੰਦਾ ਮੈਂ ਦੇਖਣ ਤੋਂ ਲੱਗਦੀ ਸੀ ਪਿੱਚ ਵਧੀਆ, ਕਹਿੰਦਾ ਪਰ ਇੰਨੀ ਬਾਉਂਸ ਹੋ ਗਈ। ਕਹਿਣ ਦਾ ਭਾਵ ਉਸ ਤਰ੍ਹਾਂ ਦੀ ਅਸੀਂ ਕੁਆਲਿਟੀ ਬਣਾਈ ਹੋਈ ਆ। ਔਰ ਇੱਥੇ ਤਕਰੀਬਨ ਸਟੇਟਾਂ ਦੇ ਪੰਜਾਬ ਵਰਸਸ ਆਪਣਾ ਫਿਰੋਜ਼ਪੁਰ ਵਰਸਸ ਅੰਮ੍ਰਿਤਸਰ ਵਰਸਸ ਅੱਛਾ, ਇੱਕ ਤੁਸੀਂ ਕਰਾਉਂਦੇ ਹੋ ਮੁਕਾਬਲੇ? ਵੂਮਨਸ ਦੇ ਤਾਂ ਆਮ ਹੀ ਮੈਚ ਹੁੰਦੇ ਰਹਿੰਦੇ ਆ ਔਰ ਮੇਲਸ ਦੇ ਵੀ ਹੁੰਦੇ ਰਹਿੰਦੇ ਆ। ਔਰ ਬੜੀ ਵਾਰੀ ਸਾਡੇ ਜਿਹੜੀ ਆ ਜਿੰਨੀ ਵਾਰੀ ਵੀ ਮੈਚ ਹੁੰਦਾ PCA ਜਿਹੜਾ ਹੈਗਾ ਰੈਫਰੀ ਆਪਣੇ ਭੇਜਦਾ, ਔਰ ਪਿਚ ਮੇਨਟੇਨ ਕਰਨ ਵਾਸਤੇ ਪਿਚਰ ਕ੍ਰੀਏਟਰ ਵੀ ਉਹ ਆਪ ਭੇਜਦਾ। ਇੱਥੇ ਸਾਡੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਹੈ, ਉਹਦੇ ਜਨਰਲ ਸੈਕਟਰੀ ਮਿਸਟਰ ਕਮਲ ਅਰੋੜਾ ਨੇ, ਉਹ ਅਕਸਰ ਇੱਥੇ ਈਵਨਿੰਗ ਨੂੰ ਆਉਂਦੇ ਜਾਂਦੇ ਨੇ। ਤਕਰੀਬਨ ਤੁਸੀਂ ਸ਼ਾਮ ਨੂੰ ਜੇ ਆਓਗੇ ਤਾਂ 200-250 ਬੱਚਾ ਤੁਹਾਨੂੰ ਖੇਡਦਾ ਮਿਲੇਗਾ ਕ੍ਰਿਕਟ। ਸ਼ੂਟਿੰਗ ਰੇਂਜ ਵੀ ਆ ਤੁਹਾਡੇ? ਸ਼ੂਟਿੰਗ ਰੇਂਜ, ਹਾਂਜੀ ਬਿਲਕੁਲ। ਔਰ ਸ਼ੂਟਿੰਗ ਰੇਂਜ ਵੀ ਸਾਡੇ ਕੋਲ ਜਿਹੜੀ ਹੈਗੀ ਆ, ਜਦੋਂ ਤੁਸੀਂ ਜਾ ਕੇ, ਮੈਂ ਤਾਂ ਕਹਿੰਦਾ ਤੁਸੀਂ ਜਾਓ ਔਰ ਫਾਇਰ ਮਾਰ ਕੇ ਆਓ, ਔਰ ਤੁਸੀਂ ਦੇਖੋਗੇ ਕਿ ਤੁਹਾਨੂੰ ਜਦੋਂ ਤੁਸੀਂ ਫਾਇਰ ਕਰੋਗੇ, ਪੈਲਟ ਤੁਸੀਂ ਯੂਜ਼ ਕਰੋਗੇ, ਗਨ ਤੁਸੀਂ ਯੂਜ਼ ਕਰੋਗੇ, ਔਰ ਜਿਹੜੀ ਮਸ਼ੀਨ ਤੁਸੀਂ ਯੂਜ਼ ਕਰੋਗੇ, ਤੁਹਾਡਾ ਉੱਦਾਂ ਹੀ ਸਕੋਰ ਲੈਪਟਾਪ ਤੇ ਆਏਗਾ ਜਿੱਦਾਂ ਓਲੰਪਿਕ ਵਿੱਚ ਆਉਂਦਾ। ਤੇ ਜੇ ਤੁਸੀਂ ਉਸ ਲੈਵਲ 'ਤੇ ਖੇਡਦੇ ਹੋ, ਤੁਹਾਨੂੰ ਇਟ ਡਜ਼ਨਟ ਮੇਕ ਐਨੀ ਡਿਫਰੈਂਸ ਯੂ ਆਰ ਸਟੈਂਡਿੰਗ ਇਨ ਓਲੰਪਿਕ ਔਰ ਯੂ ਆਰ ਸਟੈਂਡਿੰਗ ਇਨ BBS ਕੈਂਪਸ। ਆਰਚਰੀ ਦੀ ਗੱਲ ਕਰਦੇ ਹਾਂ, ਜਦੋਂ ਆਰਚਰੀ ਵਿੱਚ ਵੀ ਇਦਾਂ ਹੀ ਹੈ ਜੀ। ਜਿਸ ਤਰ੍ਹਾਂ 3 ਪ੍ਰਕਾਰ ਦੀ ਆਰਚਰੀ ਹੈ, ਰਿਕਰਵ ਹੈ, ਕੰਪਾਊਂਡ ਹੈ, ਵੁਡਨ ਹੈ। 3 ਪ੍ਰਕਾਰ ਦੀ ਆਰਚਰੀ ਸਾਡੇ ਕੋਲ ਹੈਗੀ ਹੈ। ਔਰ ਉਹਦੇ ਬੱਚੇ, ਹੁਣੇ ਰੀਸੈਂਟਲੀ ਸਾਡਾ ਇੱਕ ਕੰਪਾਊਂਡ ਆਰਚਰੀ ਵਿੱਚ ਜਿਹੜਾ ਬੱਚਾ ਹੈਗਾ ਉਹ ਮੈਡਲ ਲੈ ਕੇ ਆਇਆ ਸਟੇਟ ਦਾ। ਔਰ ਜਿਹੜਾ ਹੈਗਾ ਹਰਜਾਪ ਸਿੰਘ ਆ ਸ਼ੂਟਿੰਗ ਦੇ ਵਿੱਚ, ਉਹ ਸਾਡਾ ਨੈਸ਼ਨਲ ਦੇ ਵਿੱਚ। ਇਹ ਬਕਾਇਦਾ ਤੌਰ ਤੇ ਤੁਸੀਂ ਫਿਰ ਟ੍ਰੇਨਿੰਗ ਕੋਚਿੰਗ ਉਹਨਾਂ ਨੂੰ ਦਿਵਾਉਂਦੇ ਹੋ? ਇਹ ਪ੍ਰੋਫੈਸ਼ਨਲ ਕੋਚ ਆ ਸਾਰੇ ਦੇ ਸਾਰੇ। ਔਰ ਐਵੇਂ ਹੀ ਸਾਡੇ ਕੋਲ ਬੈਡਮਿੰਟਨ ਦੇ ਇੰਡੋਰ 2 ਕੋਰਟ ਬਣੇ ਹੋਏ ਆ ਜੀ ਵੁਡਨ ਦੇ, ਉਹ ਵੀ ਸੇਮ ਉਹਨੇ ਇੰਟਰਨੈਸ਼ਨਲ ਕੁਆਲਿਟੀ ਦੇ ਬਣੇ ਹੋਏ ਆ। ਸਾਡੇ ਕੋਲ ਲਾਨ ਟੈਨਿਸ ਦਾ ਕੋਰਟ ਹੈ। ਨਹੀਂ ਤਾਂ ਐਕਸਪੀਰੀਅੰਸ ਨਹੀਂ ਹੋ ਪਾਉਂਦਾ ਹੈਗਾ, ਕਿਉਂਕਿ ਤੁਹਾਡੇ ਕੋਲੇ ਉਸ ਤਰ੍ਹਾਂ ਦੇ ਨਾ ਤਾਂ ਇਨਫਰਾਸਟ੍ਰਕਚਰ ਹੁੰਦਾ, ਨਾ ਉਸ ਤਰ੍ਹਾਂ ਦੇ ਸਟੇਡੀਅਮ, ਨਾ ਉਸ ਤਰ੍ਹਾਂ ਦੇ ਜਿਵੇਂ ਤੁਸੀਂ ਦੱਸਿਆ ਕਿ ਕੋਰਟ ਨੇ ਬੈਡਮਿੰਟਨ ਦੇ ਜਾਂ ਪਿਚਿਸ ਨੇ। ਜਦੋਂ ਉਹ ਥੋੜਾ ਜਿਹਾ ਉੱਤੇ ਲੈਵਲ ਤੇ ਜਾਂਦੇ ਨੇ, ਫਿਰ ਉਹ ਕੰਪੀਟ ਨਹੀਂ ਕਰ ਪਾਉਂਦੇ ਹੈਗੇ। ਜੀ ਬਿਲਕੁਲ। ਔਰ ਸਾਡੇ ਕੋਲੇ ਸਾਰਾ ਸਿਸਟਮ ਉੱਦਾਂ ਦਾ। ਔਰ ਬੈਡਮਿੰਟਨ ਦੇ ਚਾਹੇ ਹੋਣ, ਚਾਹੇ ਆਰਚਰੀ ਦੇ ਹੋਣ, ਚਾਹੇ ਕ੍ਰਿਕਟ ਦੇ ਹੋਣ, ਕ੍ਰਿਕਟ ਦੇ ਵਿੱਚ ਵੀ ਤਕਰੀਬਨ ਕਈ ਵਾਰੀ ਤਾਂ ਸਾਲ ਦੇ ਵਿੱਚ ਜਿੰਨੀਆਂ ਜਿਹੜੇ। ਅੱਛਾ, ਇਹ ਸਾਰੀਆਂ ਚੀਜ਼ਾਂ ਸੁਣ ਕੇ ਲੱਗਦਾ ਹੈ ਬਹੁਤ ਸਾਰੇ ਲੋਕਾਂ ਨੂੰ ਬਹੁਤ ਮਹਿੰਗਾ ਸਕੂਲ ਹੈ ਸੰਜੀਵ ਜੀ ਉਹਨਾਂ ਦਾ। ਨਹੀਂ, ਬਿਲਕੁਲ ਮਹਿੰਗਾ ਨਹੀਂ ਜੀ, ਇਹ ਬੜਾ ਬਜਟ ਸਕੂਲ ਹੈ ਸਾਡਾ ਜੀ। ਔਰ ਸਾਡੇ ਬੜੇ ਹੀ ਇੱਕ ਆਪਾਂ ਕਹਿੰਦੇ ਨੋਮੀਨਲ ਜਿਹੇ ਚਾਰजेस ਨੇ। ਔਰ ਤੁਸੀਂ ਜਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ, ਤੁਸੀਂ ਹੱਸੋਗੇ। ਸਾਡਾ ਕੋਈ 1600-1700 ਤੋਂ ਲੈ ਕੇ ਫੀਸ ਸਟਰਕਚਰ ਸ਼ੁਰੂ ਹੁੰਦਾ, ਔਰ ਹਾਇਰ ਕਲਾਸ ਦਾ ਵੱਧ ਤੋਂ ਵੱਧ ਸਾਡਾ 3000 ਦੇ ਆਸ-ਪਾਸ ਜਾਂਦਾ। ਔਰ ਕਿਸੇ ਵੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੀ ਅਸੀਂ ਕੋਈ ਸਿੰਗਲ ਪੈਸਾ ਫੀਸ ਚਾਰਜ ਨਹੀਂ। ਮਤਲਬ ਐਕਸਟਰਾ ਫੀਸ ਨਹੀਂ ਲੈਂਦੇ ਕਿ ਜੇ ਕਿਸੇ ਨੇ ਕ੍ਰਿਕਟ ਦੀ ਜਾਂ ਈਵਨ ਜਿਹੜੇ ਉਹ ਗਨ ਵਿੱਚ ਪੈਲਟਸ ਯੂਜ਼ ਕਰਦੇ ਨੇ, ਉਹ ਅਸੀਂ ਪ੍ਰੋਵਾਈਡ ਕਰਦੇ ਹਾਂ। ਨੋਟ ਈਵਨ, ਦੇਖੋ ਫਿਰ ਫਾਇਦਾ ਕੀ ਹੋਇਆ ਐਜੂਕੇਸ਼ਨਸ ਦਾ ਜੀ। ਇੱਕ ਬੱਚਾ ਆ ਰਿਹਾ, ਉਹ ਬੱਚਾ ਆ ਰਿਹਾ ਤੇ ਉਹਦੇ ਕੋਲੇ ਉਹਦੇ ਬੱਚੇ ਪੇਰੈਂਟਸ ਇਹ ਤਾਂ ਅਫੋਰਡ ਕਰ ਰਹੇ ਨੇ, ਉਹ ਇਹ ਤਾਂ ਅਫੋਰਡ ਕਰ ਰਹੇ ਨੇ ਕਿ ਹਾਂਜੀ ਅਸੀਂ ਜਿਹੜਾ ਹੈਗਾ ਫੀਸ ਦੇ ਸਕਦੇ ਹਾਂ, ਪਰ ਉਹ ਕਹਿੰਦੇ ਜੀ ਇਹ ਗੇਮ ਮਹਿੰਗੀ ਹੈ, ਇਹ ਅਸੀਂ ਅਫੋਰਡ ਨਹੀਂ ਕਰ ਸਕਦੇ। ਠੀਕ ਹੈ ਜੀ। ਪਲੇਅਰਸ ਜਿਹੜੇ ਨੇ ਫਿਰ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ। ਜੀ ਆ ਤੁਸੀਂ ਦੇਖ ਲਓ ਬੋਰਡ ਸਾਡੇ ਕੋਲ, ਅਸੀਂ ਐਵਰੀ ਈਅਰ 4-5 ਬੱਚੇ ਸਾਡੇ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ, 10-12-15-20 ਬੱਚੇ ਦੇ ਆਸ-ਪਾਸ ਸਾਡੇ ਨੈਸ਼ਨਲ ਜਾਂਦੇ ਨੇ। ਔਰ ਤੁਸੀਂ ਦੇਖੋ ਮੈਡਲ ਅਸੀਂ ਬਹੁਤ ਵਾਰ ਲੈ ਕੇ ਆਉਂਦੇ ਹਾਂ। ਸਾਡਾ ਪ੍ਰਿੰਸ ਵਿੰਦਰ ਸਿੰਘ ਸੀਗਾ ਫੀਲਡ ਆਰਚਰੀ ਦੇ ਵਿੱਚ ਗੋਲਡ ਲੈ ਕੇ ਆਇਆ ਸੀ। ਹਾਂਜੀ। ਐਂਡ ਫੁੱਟਬਾਲਰ ਅਸੀਂ ਪ੍ਰੋਡਿਊਸ ਕੀਤਾ ਜੀ, ਉਹ ਵੀ ਇੰਟਰਨੈਸ਼ਨਲ ਲੈਵਲ ਤੇ ਗਿਆ। ਬਾਸਕਟਬਾਲ ਦਾ ਪਲੇਅਰ ਸਾਡਾ ਇੰਟਰਨੈਸ਼ਨਲ ਲੈਵਲ ਤੇ ਗਿਆ। ਹਾਂਜੀ। ਸੋ ਇਹ ਜਾਂਦੇ ਰਹਿੰਦੇ ਨੇ ਬੱਚੇ ਜੀ। ਚਲੋ, ਬਹੁਤ ਧੰਨਵਾਦ ਸੰਜੀਵ ਜੀ ਗੱਲਬਾਤ ਕਰਨ ਦੇ ਲਈ। ਤੁਹਾਡੇ ਨਾਲ ਸਾਰੇ ਟੌਪਿਕਸ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਜਿਹੜੀਆਂ ਮਿਥਸ ਹੁੰਦੀਆਂ ਨੇ, ਧਾਰਨਾਵਾਂ ਹੁੰਦੀਆਂ ਨੇ, ਜਦੋਂ ਤੁਸੀਂ ਇੰਟਰਨਲ ਲੈਵਲ ਤੇ ਦੇਖਦੇ ਹੋ ਫਿਰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਕਿ ਸਿਰਫ ਨਿੱਜੀ ਸਕੂਲ ਮਨਮਾਨੀਆਂ ਕਰਦੇ ਨੇ, ਨਿੱਜੀ ਸਕੂਲ ਕਮਿਸ਼ਨ ਲੈਂਦੇ ਨੇ। ਹੋਣਗੇ, ਪਰ ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਸਟੂਡੈਂਟਸ ਨੂੰ ਇੱਕ ਚੰਗੀ ਸਿੱਖਿਆ, ਉਹਨਾਂ ਨੂੰ ਇੱਕ ਐਕਸਟਰਾ ਕੁਰਿਕੂਲਮ ਐਕਟੀਵਿਟੀਜ਼ ਕਰਵਾ ਕੇ ਉਹਨਾਂ ਨੂੰ ਆਲ ਰਾਊਂਡਰ ਵੀ ਬਣਾਉਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਸਟੱਡੀ ਦੇ ਅਕੈਡਮਿਕ ਦੇ ਨਾਲ ਨਾਲ ਇੱਕ ਚੰਗਾ ਸਪੋਰਟਸਮੈਨ ਵੀ ਬਣਾਉਣਾ ਚਾਹੁੰਦੇ ਨੇ, ਇੱਕ ਚੰਗਾ ਬਿਹਤਰ ਇਨਸਾਨ ਵੀ ਬਣਾਉਣਾ ਚਾਹੁੰਦੇ ਨੇ। ਤਾਂ ਤੁਸੀਂ ਵੀ ਜ਼ਰੂਰ ਬਲੂਮਿੰਗ ਬਰਡਸ ਗਰੁੱਪ ਆਫ ਸਕੂਲਸ 'ਤੇ ਵਿਜ਼ਿਟ ਕਰਿਓ ਜ਼ਰੂਰ। ਤੁਸੀਂ ਇਹਨਾਂ ਨਾਲ ਜੇ ਤੁਹਾਡੇ ਕੁਐਰੀਜ਼ ਨੇ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਇਹਨਾਂ ਤੱਕ ਪਹੁੰਚ ਕਰ ਸਕਦੇ ਹੋ। ਜ਼ਰੂਰ ਇੱਕ ਵਾਰੀ ਆਇਓ। ਫਿਲਹਾਲ ਇਸ ਪੇਸ਼ਕਸ਼ 'ਚ ਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।